ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਹਾਡੇ YouTube ਚੈਨਲ ਰਿਚਾਰਜ ਕਰ ਸਕਦੇ ਇੱਕ ਵੀਡੀਓ ਪਈ ਸੀਗੀ ਕਿ ਜੋ ਕੁਦਰਤ ਨੂੰ ਹੀ ਰੱਬ ਮੰਨਦੇ ਨੇ। ਸੋ ਉਹਨੂੰ ਸੁਣਿਆ ਅਤੇ ਉਸ ਵਿੱਚੋਂ ਥੋੜ੍ਹਾ ਜਿਹਾ ਹੋਰ ਵਿਸਥਾਰ ਅਤੇ ਹੋਰ ਸਪਸ਼ਟ ਤੁਸੀਂ ਕਰ ਦੇਵੋ ਅੱਜ ਦੇ ਵਿਚਾਰ 'ਚ ਕਿ ਕੀ ਕੁਦਰਤ ਹੀ ਰੱਬ ਹੈ? ਉਹ ਹੈਗੀ ਆ ਜੀ, ਕੁਦਰਤ ਦਿਸਿਆ ਕੁਦਰਤ ਸੁਣੀਆ ਕੁਦਰਤ ਭਉ ਸੁਖ ਸਾਰ। ਉਹਦੇ ਵਿੱਚ ਵਿਚਾਰ ਇਹ ਆਈ ਆ ਵੀ ਪਿਛਲੇ ਕੁਛ 2-3 ਸਾਲਾਂ ਚ ਕੁਛ ਸਮਾਂ ਪਹਿਲਾਂ ਇੱਕ ਵਿਚਾਰ ਚੱਲਿਆ ਸੀ, ਬੜਾ ਪ੍ਰਚਲਿਤ ਹੋਇਆ ਸੀ ਵੀ ਕੁਦਰਤ ਹੀ ਰੱਬ ਹੈ, ਵੀ ਰੱਬ ਹੋਰ ਕੋਈ ਨਹੀਂ, ਨਾ ਕੋਈ ਵੱਖਰਾ ਨਾ ਕੋਈ ਹੋਰ ਆ, ਕੁਦਰਤ ਹੀ ਰੱਬ ਹੈ, ਹਨਾ। ਤੇ ਬਾਣੀ ਚ ਉਹਨਾਂ ਨੇ ਕਹਿਤਾ ਵੀ ਦੇਖੋ ਕੁਦਰਤ ਦਿਸਿਆ ਕੁਦਰਤ ਸੁਣੀਆ, ਜਾਂ ਬਲਿਹਾਰੀ ਕੁਦਰਤ ਵਸਿਆ ਜੀ, ਏਦਾਂ ਦੀਆਂ ਗੱਲਾਂ ਉਹ ਚ ਕਹੀਆਂ ਹੋਈਆਂ ਨੇ। ਢੱਡਰੀਆਂ ਵਾਲੇ ਨੇ ਵੀ ਕਹੀਆਂ ਨੇ, ਇੱਕ ਦੋ ਬੰਦਿਆਂ ਨੇ ਹੋਰ ਕਹੀਆਂ ਹੋਣਗੀਆਂ, ਹੋਰ ਤਾਂ ਮੇਰੇ ਖਿਆਲ ਸ਼ਾਇਦ ਕਿਸੇ ਨੇ ਨਹੀਂ ਬੋਲਿਆ ਇਸ ਬਾਰੇ। ਹਾਂ, ਇਹਦੇ ਖਿਲਾਫ ਬਹੁਤ ਲੋਕਾਂ ਨੇ ਫਿਰ ਬੋਲਿਆ ਸੀਗਾ, ਸੰਗਤ ਚੋਂ ਬੜਾ ਤਿੱਖਾ ਪ੍ਰਤੀਕਰਮ ਆਇਆ, ਕੁਛ ਪ੍ਰਚਾਰਕਾਂ ਨੇ ਵੀ ਇਹਦੇ ਖਿਲਾਫ ਫਿਰ ਆਪਣੇ ਬਿਆਨ ਦਿੱਤੇ ਵੀ ਇਹ ਗੱਲ ਗਲਤ ਆ। ਬਟ ਚਲੋ, ਉਸ ਬੰਦੇ ਦਾ ਨਾਮ ਉਹਦੇ ਨਾਲ ਕਾਫੀ ਪਬਲਿਕ ਜੁੜੀ ਸੀ, ਮੀਡੀਆ ਉਹਨਾਂ ਦੇ ਕੋਲ ਆ, ਉਹਨਾਂ ਨੇ ਇਹਦਾ ਰੱਜ ਕੇ ਪ੍ਰਚਾਰ ਕੀਤਾ ਕੁਦਰਤੀ ਰੱਬ ਹੈ। ਹੁਣ ਇਹਦੇ ਵਿੱਚ ਨਾ ਵੀਰ ਜੀ ਕਈ ਸਵਾਲ ਆ ਜਾਂਦੇ ਨੇ। ਜਦੋਂ ਆਪਾਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਵਿਚਾਰਦੇ ਹਾਂ, ਜਾਂ ਅਸੀਂ ਹੋਰ ਬਹੁਤ ਪੱਖਾਂ ਤੋਂ ਬਾਣੀ ਨੂੰ ਪੜ੍ਹਦੇ ਹਾਂ, ਹੋਰ ਬਹੁਤ ਸਾਰੇ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ, ਉਦੋਂ ਸਾਨੂੰ ਪਤਾ ਲੱਗਦਾ ਵੀ ਗੱਲ ਕੁਝ ਹੋਰ ਹੈ। ਹੁਣ ਦੇਖੋ, ਕੁਛ ਗੱਲਾਂ ਹੁੰਦੀਆਂ ਨੇ, ਉਹਨਾਂ ਕਹਿਣ ਤੇ ਸੁਣਨ ਦੇ ਵਿੱਚ ਬੜੀਆਂ ਵਧੀਆ ਲੱਗਦੀਆਂ ਨੇ। ਜ਼ਰੂਰੀ ਨਹੀਂ ਹੁੰਦਾ ਵੀ ਹਰ ਕਹੀ ਤੇ ਜਿਹੜੀ ਗੱਲ ਕਹਿਣ ਤੇ ਸੁਣਨ ਵਿੱਚ ਚੰਗੀ ਲੱਗੇ ਉਹ ਸਹੀ ਵੀ ਹੋਵੇ। ਇੱਕ ਹੁੰਦਾ ਵੀ ਸਹੀ ਲੱਗਣੀ, ਇੱਕ ਹੁੰਦਾ ਵੀ ਚੰਗੀ ਲੱਗਣੀ। ਇਹਦੇ ਚ ਫਰਕ ਹੈ, ਚੰਗਾ ਲੱਗਣ ਤੇ ਸਹੀ ਲੱਗਣ ਦੇ ਵਿੱਚ ਬੜਾ ਫਰਕ ਹੁੰਦਾ। ਹੁਣ ਮਿਠਾਈ ਸਾਨੂੰ ਚੰਗੀ ਲੱਗਦੀ ਹੈ, ਮਿੱਠੀ ਹੁੰਦੀ ਹੈ, ਸਾਰੇ ਬੰਦੇ ਤਕਰੀਬਨ ਖੁਸ਼ ਹੋ ਕੇ ਖਾਂਦੇ ਨੇ, ਬੱਚਿਆਂ ਨੂੰ ਜ਼ਿਆਦਾ ਮਿੱਠਾ ਵਧੀਆ ਲੱਗਦਾ ਹੈ। ਪਰ ਆਪਾਂ ਨੂੰ ਪਤਾ ਵੀ ਜ਼ਿਆਦਾ ਮਿਠਾਈ ਸਾਡੇ ਸਰੀਰ ਵਾਸਤੇ ਸਹੀ ਨਹੀਂ ਹੈ, ਬਲਕਿ ਜ਼ਿਆਦਾ ਮਿੱਠਾ ਮਿੱਠਾ ਖਾਵਾਂਗੇ ਉਹ ਸਾਡੇ ਚ ਰੋਗ ਪੈਦਾ ਕਰਦਾ ਹੈ। ਇਸੇ ਗੱਲ ਦਾ ਨਜਾਇਜ਼ ਫਾਇਦਾ ਉਠਾਇਆ ਵੀ ਜਿਹੜੀ ਗੱਲ ਕੋਈ ਹੁੰਦੀ ਹੈ, ਚਲੋ ਸ਼ਬਦਾਵਲੀ ਕਈ ਵਾਰ ਇਸ ਤਰ੍ਹਾਂ ਦੀ ਹੁੰਦੀ ਹੈ, ਜਾਂ ਇਹ ਗੱਲ ਦਾ ਛੇਤੀ ਪ੍ਰਭਾਵ ਬਣਾਇਆ ਜਾ ਸਕਦਾ ਹੈ ਵੀ ਲੈ ਰੱਬ ਤਾਂ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ, ਹੈ ਹੀ ਨਹੀਂ, ਕੁਦਰਤ ਹੀ ਰੱਬ ਹੈ, ਆਹੀ ਰੱਬ ਹੈ ਜੋ ਦਿਸਦਾ ਹੈ, ਸਾਡੇ ਸਾਹਮਣੇ ਰੱਬ ਹੈ, ਰੱਬ ਦਾ ਹੀ ਰੂਪ ਹੈ, ਰੱਬ ਨੇ ਬਣਾਈ ਹੈ। ਹੁਣ ਇਹ ਗੱਲਾਂ ਇਸ ਤਰ੍ਹਾਂ ਕਰਨੀਆਂ ਤੇ ਆਮ ਬੰਦੇ ਦੀ ਮਾਨਸਿਕਤਾ ਤੇ ਇੱਕ ਪ੍ਰਭਾਵ ਜਿਹਾ ਪੈਂਦਾ ਵੀ ਹਾਂ ਯਾਰ ਗੱਲ ਤਾਂ ਠੀਕ ਆ, ਵੀ ਜਦੋਂ ਦੇਖਿਆ ਤਾਂ ਹੈ ਨਹੀਂ, ਵੀ ਰੱਬ ਹੋਣਾ ਵੀ ਸਾਲਾਂ ਤੋਂ, ਸਦੀਆਂ ਤੋਂ, ਯੁੱਗਾਂ ਤੋਂ ਕੁਦਰਤ ਚੱਲ ਰਹੀ ਹੈ ਜੀ, ਹਨਾ, ਯੁੱਗਾਂ ਤੋਂ ਸੂਰਜ ਚੱਲ ਰਿਹਾ ਹੈ। ਇਹ ਗੱਲਾਂ ਨਾ ਆਮ ਲੋਕਾਂ ਨੂੰ, ਜਿਨ੍ਹਾਂ ਦੀ ਆਪਣੀ ਗੁਰਬਾਣੀ ਦੀ ਕੋਈ ਸਟੱਡੀ ਨਹੀਂ ਹੁੰਦੀ, ਜਿਨ੍ਹਾਂ ਨੇ ਆਪ ਗੁਰਬਾਣੀ ਤੇ ਕਦੀ ਰਿਸਰਚ ਨਹੀਂ ਕੀਤਾ, ਆਪ ਗੁਰਬਾਣੀ ਨੂੰ ਵਿਚਾਰਿਆ ਨਹੀਂ, ਉਹਨਾਂ ਦੇ ਮਨ ਤੇ ਹੋ ਸਕਦਾ ਉਹ ਗੱਲਾਂ ਪ੍ਰਭਾਵ ਪਾ ਦੇਣ, ਉਹਨਾਂ ਨੂੰ ਹੋ ਸਕਦਾ ਉਹ ਗੱਲਾਂ ਵਧੀਆ ਲੱਗਣ। ਪਰ ਜਦੋਂ ਆਪਾਂ ਆਪ ਬਾਣੀ ਪੜ੍ਹਦੇ ਹਾਂ ਤੇ ਵਿਚਾਰਦੇ ਹਾਂ, ਸਾਡਾ ਆਪ ਹੋਰ ਸ਼ਬਦਾਂ ਤੇ ਧਿਆਨ ਜਾਂਦਾ, ਬਹੁਤ ਸ਼ਬਦ ਐਸੇ ਆ ਜਾਂਦੇ ਨੇ ਉੱਥੇ ਤਾਂ ਕੁਦਰਤ ਉਹਦੀ ਇੱਕ ਨਿੱਕੀ ਜਿਹੀ ਰਚਨਾ ਹੀ ਲੱਗਦੀ ਆ। ਹੁਣ ਉਹ ਕਹਿੰਦੇ ਵੀ ਦੇਖੋ ਜੀ, ਆ ਜੋ ਦਿਸਦਾ, ਦਰਖਤ ਨੇ ਇਹ ਵੀ ਰੱਬ ਹੈ, ਪਹਾੜ ਨੇ ਇਹ ਵੀ ਰੱਬ ਹੈ, ਪਾਣੀ ਵੀ ਰੱਬ ਹੈ। ਹੁਣ ਉੱਥੇ ਕਈ ਗੱਲਾਂ ਨੇ, ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਆਦਿ ਸੱਚ ਤੋਂ। ਮੂਲ ਮੰਤਰ ਤੋਂ ਬਾਅਦ ਜਪ ਆ ਗਿਆ, ਜਪ ਦੇ ਨਾਲ ਹੀ ਲਿਖਿਆ ਸ਼ਲੋਕ, ਸ਼ਲੋਕ ਟਾਈਟਲ ਨਹੀਂ, ਚਲੋ ਉਹਨੂੰ ਅਸੀਂ ਸ਼ਲੋਕ ਮੰਨਦੇ ਹਾਂ। ਆਦਿ ਸੱਚ, ਵੀ ਗੁਰਮਤ ਉਹਨੂੰ ਸਮਝਾ ਰਹੀ ਹੈ, ਉਹਨੂੰ ਅਸੀਂ ਸਮਝਣਾ ਹੈ, ਉਹਦੇ ਬਾਰੇ ਗਿਆਨ ਦੇ ਰਹੀ ਹੈ। ਜਿਹੜਾ ਆਦਿ ਦਾ ਅਰਥ ਹੁੰਦਾ ਜਦੋਂ ਕੁਛ ਨਹੀਂ, ਕੇਵਲ ਨਿਰੋਲ ਸੱਚ, ਕੁਛ ਨਹੀਂ ਹੈ, ਕੋਈ ਕੁਦਰਤ ਨਹੀਂ, ਕੋਈ ਤਾਰਾ ਨਹੀਂ, ਕੋਈ ਚੰਦ ਨਹੀਂ, ਕੋਈ ਸੂਰਜ ਨਹੀਂ, ਕੋਈ ਧਰਤੀ ਨਹੀਂ, ਕੋਈ ਪਾਣੀ ਨਹੀਂ, ਕੋਈ ਅੱਗ ਨਹੀਂ, ਕੋਈ ਜੰਗਲ ਨਹੀਂ, ਬਨਸਪਤੀ ਨਹੀਂ, ਕੁਛ ਵੀ ਨਹੀਂ ਹੈ। ਜੋ ਵੀ ਅੱਜ ਹੈ ਐਸਾ ਕੁਛ ਵੀ ਨਹੀਂ ਹੈ, ਸਿਰਫ ਓਨਲੀ ਸੱਚ ਹੈ। ਹੁਣ ਇੱਥੇ ਪਹਿਲਾ ਸਵਾਲ ਇਹੀ ਆ ਜਾਂਦਾ, ਫਿਰ ਕੁਦਰਤ ਨੂੰ ਰੱਬ ਕਿਦੋਂ ਕਹਿ ਦੋਗੇ? ਰੱਬ ਤਾਂ ਹੈ ਹੀ ਨਹੀਂ ਤੁਹਾਡਾ, ਕੁਦਰਤ ਵਾਲਾ ਰੱਬ ਤੇ ਉਦੋਂ ਹੈ ਹੀ ਨਹੀਂ, ਸੱਚ ਹੈਗਾ, ਸੱਚ ਨੂੰ ਬਾਣੀ ਮੰਨਦੀ ਹੈ, ਕੁਦਰਤ ਦੀ ਉੱਥੇ ਗੱਲ ਨਹੀਂ ਆ ਰਹੀ। ਫਿਰ ਇਸ ਦਾ ਮਤਲਬ ਇਹ ਹੋਇਆ ਵੀ ਜਿਹੜਾ ਤੁਹਾਡਾ ਰੱਬ ਹੈ, ਜਿਹੜਾ ਰੱਬ ਤੁਸੀਂ ਕੁਦਰਤ ਨਾਲ ਜੋੜ ਰਹੇ ਹੋ, ਉਹ ਰੱਬ ਵੀ ਵਕਤੀ ਹੈ, ਹਮੇਸ਼ਾ ਵਾਲਾ ਰੱਬ ਤੇ ਹੈ ਨਹੀਂਗਾ। ਫਿਰ ਉਹ ਹਮੇਸ਼ਾ ਵਾਲਾ ਰੱਬ ਤੇ ਰਿਹਾ ਨਾ, ਸਰਬ ਵਿਆਪੀ ਵੀ ਨਹੀਂ ਰਹਿਣਾ ਉਹਨੇ। ਫਿਰ ਓੰਕਾਰ ਵਾਲਾ ਗੁਣ ਖਤਮ ਹੋ ਜਾਊਗਾ, ਸਰਬ ਵਿਆਪੀ ਵੀ ਨਹੀਂ ਰਹੂਗਾ, ਆਦਿ ਸੱਚ ਦੇ ਅਰਥ ਖਤਮ ਹੋ ਜਾਣਗੇ। ਇਹ ਤੋਂ ਇਲਾਵਾ ਫਿਰ ਅੱਗੇ ਇੱਕ ਹੋਰ ਸ਼ਲੋਕ ਆਏਗਾ, ਪਹਿਲੇ ਪਾਤਸ਼ਾਹ ਦਾ ਸ਼ਬਦ ਆਉਂਦਾ ਮਾਰੂ ਛੋਲਿਆਂ ਚ,
ਅਰਬਦ ਨਰਬਦ ਧੁੰਦੂ ਕਾਰਾ, ਧਰਣੀ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਖਾਣੀ ਨਾ ਬਾਣੀ ਪੌਣ ਨਾ ਪਾਣੀ, ਨਦੀ ਨਾ ਨੀਰ ਵਹਾਏਂਦਾ। ਕਹਿੰਦੇ ਕੁਛ ਵੀ ਨਹੀਂ ਹੈ ਜਿਹੜਾ ਕੁਛ ਅੱਜ ਜਿਹਨੂੰ ਅਸੀਂ ਅੱਜ ਕੁਦਰਤ ਕਹਿੰਦੇ ਤੇ ਹੈ ਹੀ ਨਹੀਂ, ਪਰ ਸੱਚ ਹੈਗਾ ਉਦੋਂ ਕਿੱਥੇ ਹੈ। ਕਹਿੰਦੇ ਸੁਨ ਸਮਾਦ ਲਗਾਏਂਦਾ। ਸੁਨ ਹੈ ਅਪੁਰ ਅਵਸਥਾ। ਤਾਂ ਇਹ ਦੋ ਪੰਕਤੀਆਂ ਚ ਵੀ ਪਹਿਲਾਂ ਕੁਦਰਤ ਵਾਲਾ ਰੱਬ ਖਤਮ ਹੋ ਗਿਆ। ਦੇਖੋ ਰੱਬ ਦੇ ਅਰਥ ਤਾਂ ਆਪਾਂ ਇਹੀ ਕਰਦੇ ਆ ਵੀ ਜੋ ਹਮੇਸ਼ਾ ਹੀ ਹੈ, ਜੋ ਸਦਾ ਹੀ ਹੁੰਦਾ ਹੈ, ਹਰ ਵੇਲੇ ਹੈ, ਹਰ ਥਾਂ ਤੇ ਹੈ, ਹਰ ਸਮੇਂ ਹੈ, ਹਰ ਇੱਕ ਦੇ ਅੰਦਰ ਹੈ। ਫਿਰ ਉਹਦੇ ਅਰਥ ਕੀ ਕਰਾਂਗੇ ਜਦੋਂ ਕਹਿੰਦੇ ਕੁਛ ਹੈ ਹੀ ਨਹੀਂ, ਅਰਬਦ ਨਰਬਦ ਧੁੰਦੂ ਕਾਰਾ। ਹੁਣ ਉਹ ਨਹੀਂ ਜੀ ਕੁਦਰਤ ਰੱਬ ਹੈ ਜੀ, ਕੁਦਰਤ ਰੱਬ ਹੈ ਜੀ, ਕੁਦਰਤ ਰੱਬ ਹੈ। ਕਿਉਂ ਰੱਬ ਹੈ ਇਹ ਤਾਂ ਦੱਸੋ। ਦੂਜੀ ਗੱਲ, ਹੁਣ ਸੱਚ ਦੇ ਅਰਥ ਹੁੰਦੇ ਆ ਜੋ ਅਬਿਨਾਸ਼ੀ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੋਣਾ, ਜਿਹਨੇ ਕਦੀ ਵਿਨਾਸ਼ ਨਹੀਂ ਹੋਣਾ, ਜਿਹਨੇ ਮਿਟਣਾ ਨਹੀਂ, ਜਿਹਨੇ ਆਉਣਾ ਨਹੀਂ, ਜਾਣਾ ਨਹੀਂ, ਜੰਮਣਾ ਨਹੀਂ, ਮਰਨਾ ਨਹੀਂ, ਜਿਹਨੇ ਕਦੀ ਪੁਰਾਣਾ ਨਹੀਂ ਹੋਣਾ, ਜਿਹਨੇ ਘਟਣਾ ਵਧਣਾ ਨਹੀਂ। ਫਿਰ ਕੁਦਰਤ ਦੇ ਵਿੱਚ ਤੇ ਸਾਰਾ ਕੁਝ ਹੋ ਰਿਹਾ। ਕੁਦਰਤ ਜੰਮ ਵੀ ਰਹੀ ਹੈ, ਕੁਦਰਤ ਮਰ ਵੀ ਰਹੀ ਹੈ, ਦਰਖਤ ਪੈਦਾ ਵੀ ਹੋ ਰਹੇ ਨੇ, ਦਰਖਤ ਸੁੱਕ ਵੀ ਰਹੇ ਨੇ, ਦਰਖਤਾਂ ਨੂੰ ਅੱਗ ਵੀ ਲੱਗ ਰਹੀ ਹੈ। ਫਿਰ ਸਾਨੂੰ ਇਹ ਕਹਿਣਾ ਪਏਗਾ ਰੱਬ ਨੂੰ ਅੱਗ ਲੱਗ ਗਈ, ਰੱਬ ਸੁੱਕ ਗਿਆ, ਰੱਬ ਕਮਜ਼ੋਰ ਹੋ ਗਿਆ, ਰੱਬ ਹਰਾ ਭਰਾ ਹੋ ਗਿਆ, ਰੱਬ ਪਾਣੀ 'ਚ ਵਹਿ ਗਿਆ ਜੀ, ਰੱਬ ਮਿਟ ਗਿਆ, ਰੱਬ ਖਤਮ ਹੋ ਗਿਆ, ਹੁਣ ਰੱਬ ਨਵਾਂ ਜੰਮ ਪਿਆ। ਕੁਦਰਤ ਨਵੀਂ ਜਨਮਦੀ ਹੈ ਨਾ, ਬੂਟੇ ਨਵੇਂ ਜਨਮਦੇ ਨੇ, ਕੁਦਰਤ ਰੱਬ ਜਨਮਿਆ। ਫਿਰ ਮਤਲਬ ਅਸੀਂ ਸੋਚਿਆ ਹੀ ਨਹੀਂ ਵੀ ਅਸੀਂ ਗੱਲ ਕਰ ਕੀ ਰਹੇ ਹਾਂ, ਕਿੱਥੋਂ ਕਰ ਰਹੇ ਹਾਂ। ਇਹ ਤਾਂ ਸੋਚ ਲੈ ਵੀ ਇਹਦਾ ਪ੍ਰਭਾਵ ਵਧੀਆ ਪਊਗਾ, ਗੱਲ ਸੁਣਨ 'ਚ ਵਧੀਆ ਲੱਗਦੀ ਹੈ, ਪਰ ਉਹਦੇ ਅਰਥ ਕਿੱਥੇ ਜਾ ਰਹੇ ਨੇ। ਕੁਦਰਤ ਕਰਕੇ ਵਸਿਆ ਸੋਏ। ਹੁਣ ਸੋਏ ਕੌਣ ਹੈ ਤੇ ਕੁਦਰਤ ਕੌਣ ਹੈ? ਦੋ ਹੋ ਗਏ ਉਰੇ। ਦੇਖੋ ਕੁਦਰਤ ਦੇ ਵਿੱਚੋਂ ਉਹਨੇ ਬਾਣੀ ਨੇ ਬਾਹਰ ਕੱਢਤਾ। ਕੁਦਰਤ ਕਰਕੇ ਦਾ ਅਰਥ ਹੈ ਕੁਦਰਤ ਸਾਜ ਕੇ, ਕੁਦਰਤ ਬਣਾ ਕੇ। ਇੱਕ ਉਹ ਜੋ ਬਣਿਆ ਹੈ, ਦੂਜਾ ਉਹ ਜਿਹਨੇ ਬਣਾਇਆ ਹੈ। ਦੋ ਹੋ ਗਏ। ਕੁਦਰਤ ਕਰਕੇ ਵਸਿਆ ਸੋਏ, ਵਸ ਗਿਆ, ਇਹਦੇ ਵਿੱਚ ਵਸਿਆ ਜ਼ਰੂਰ ਹੈ, ਵਾਸਾ ਵਿੱਚ ਹੀ ਹੈ, ਪਰ ਉਹ ਆਪ ਕੁਦਰਤ ਤੋਂ ਬਹੁਤ ਵੱਡਾ, ਕੁਦਰਤ ਤੋਂ ਬੜਾ ਪਰੇ ਹੈ, ਕੁਦਰਤ ਤੋਂ ਬੇਅੰਤ ਹੈ। ਕੁਦਰਤ ਉਹਦੀ ਰਚਨਾ ਹੈ, ਕੁਦਰਤ ਉਹਦੀ ਕ੍ਰੀਏਸ਼ਨ ਹੈ। ਕੁਦਰਤ ਉਹਨੇ ਵਾਸਾ ਕਰ ਲਿਆ, ਕੋਈ ਗੱਲ ਨਹੀਂ। ਜਦੋਂ ਕੁਦਰਤ ਮਿਟਾਉਣੀ ਹੈ, ਆਪ ਨਿਰਲੇਪ ਹੁੰਦਾ। ਜਿਵੇਂ ਸਾਡੇ ਵਿੱਚ ਵੀ ਸੱਚ ਦਾ ਵਾਸ ਹੈ, ਜੋਤ ਸਾਡੇ 'ਚ ਵੀ ਉਹੀ ਹੈ, ਪਰ ਜਦੋਂ ਅਸੀਂ ਮਰਦੇ ਹਾਂ ਸੱਚ ਤਾਂ ਨਹੀਂ ਮਰਦਾ, ਜੋਤ ਤਾਂ ਨਹੀਂ ਮਰਦੀ। ਪਰ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਬੰਦਾ ਰੱਬ ਹੈ। ਜੇ ਬੰਦਾ ਰੱਬ ਮੰਨਣਾ, ਫਿਰ ਰੱਬ ਨੂੰ ਜੰਮਣਾ ਮਰਨਾ ਵੀ ਮੰਨਣਾ ਪਊਗਾ। ਇਸੇ ਕਰਕੇ ਬਾਣੀ ਨੇ ਨਿਰਾਕਾਰ ਕਿਹਾ, ਨਿਰੰਕਾਰ ਕਿਹਾ। ਤੂੰ ਸਦਾ ਸਲਾਮਤ ਨਿਰੰਕਾਰ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, 4 ਵਾਰੀ ਸ਼ਬਦ ਆਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਦਾ ਸਲਾਮਤ ਨਿਰੰਕਾਰ ਹੈ। ਕੁਦਰਤ ਸਦਾ ਸਲਾਮਤ ਨਹੀਂ ਹੈਗੀ। ਕੁਦਰਤ ਸਦਾ ਵੀ ਨਹੀਂ ਹੈ, ਸਲਾਮਤ ਵੀ ਨਹੀਂ ਹੈ। ਨਿਰੰਕਾਰ ਸਦਾ ਵੀ ਹੈ ਤੇ ਸਲਾਮਤ ਵੀ ਹੈ। ਇਹ ਦੋਨੇ ਗੱਲਾਂ ਕੁਦਰਤ ਤੇ ਫਿੱਟੇ ਨਹੀਂ ਬੈਠ ਰਹੀਆਂ। ਫਿਰ ਕੁਦਰਤ ਨੂੰ ਕਿਵੇਂ ਰੱਬ ਕਹੀਏ? ਕੁਦਰਤ ਨੂੰ ਪਰਮੇਸ਼ਰ ਨੇ ਪੈਦਾ ਕੀਤਾ ਹੈ, ਤੇ ਜਿਹੜੀ ਚੀਜ਼ ਪੈਦਾ ਕੀਤੀ ਹੈ, ਜਿਹੜੀ ਚੀਜ਼ ਕਦੇ ਬਣੀ ਹੈ, ਉਹ ਮਿਟੇਗੀ ਵੀ। ਇਹ ਨਿਯਮ ਆਪਾਂ ਸਾਰੇ ਜਾਣਦੇ ਹਾਂ। ਗੁਰਬਾਣੀ ਦੀ ਪੰਕਤੀ ਹੈ, ਜੋ ਜਨਮੈ ਸੋ ਜਾਨੋ ਮੂਆ, ਜਨਮੰ ਤਾਂ ਮਰਣੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ, ਊਚੰ ਤਾਂ ਨੀਚੰ, ਨਾਨਾ ਸੋ ਮੂਚੰ। ਦੋਨੇ ਪੱਖ ਇਕੱਠੇ ਚੱਲਣਗੇ। ਜਿੱਥੇ ਜਨਮ ਆਏਗਾ ਉੱਥੇ ਮੌਤ ਆਉਣੀ ਆਉਣੀ ਹੈ। ਜਿੱਥੇ ਜਨਮ ਦਾ ਨਿਯਮ ਲਾਗੂ ਹੈ, ਉੱਥੇ ਮੌਤ ਦਾ ਨਿਯਮ ਲਾਗੂ ਹੋਏਗਾ ਹੀ ਹੋਏਗਾ। ਤੇ ਜਿਹਤੇ ਹੋਏਗਾ ਉਹ ਕਦੀ ਵੀ ਸੱਚ ਨਹੀਂ ਹੋ ਸਕਦਾ, ਉਹ ਸੱਚ ਹੋ ਹੀ ਨਹੀਂ ਸਕਦਾ। ਤੇ ਜੋ ਸੱਚ ਨਹੀਂ, ਫਿਰ ਉਹ ਰੱਬ ਵੀ ਨਹੀਂ। ਇੱਥੋਂ ਫਿਰ ਕੁਦਰਤ ਕੱਟੀ ਗਈ ਰੱਬ ਵਾਲੇ ਪੱਖ ਤੋਂ। ਇੱਕ ਹੋਰ ਪੰਕਤੀ ਮਹਾਰਾਜ ਨੇ ਦਿੱਤੀ ਬਾਣੀ 'ਚ, ਆਪਾਂ ਕਥਾ 'ਚ ਵੀ ਬੋਲੀ ਹੋਈ ਆ। ਕਹਿੰਦੇ ਕੀਤੇ ਕੋ ਮੇਰਾ ਸਮਾਨੈ। ਕੀਤੇ ਕੋ ਕੀਤਾ, ਜੋ ਉਹਨੇ ਕੀਤਾ, ਜੋ ਪਰਮੇਸ਼ਰ ਦੀ ਰਚਨਾ ਹੈ, ਜਿਹਨੂੰ ਅਸੀਂ ਕੁਦਰਤ ਵੀ ਕਹਿ ਸਕਦੇ ਹਾਂ।
ਵੀ ਉਹਨੇ ਜੋ ਕੁਝ ਬਣਾਇਆ, ਸਾਰਾ ਸੰਸਾਰ ਬਣਾਇਆ ਉਹਨੇ, ਹੈ ਨਾ ਜੀ, ਸਭ ਕੁਝ ਬਣਾਇਆ, ਧਰਤੀ ਬਣਾਈ, ਆਕਾਸ਼ ਬਣਾਇਆ, ਦਰਖਤ ਬਣਾਏ, ਪੌਣ ਪਾਣੀ ਸਭ ਬਣਾਇਆ ਉਹਨੇ। ਕੀਤੇ ਕੋ ਮੇਰ ਹੈ। ਮੇਰਾ ਦਾ ਅਰਥ ਉਰੇ ਮੇਰਾ ਨਹੀਂ ਹੈ, ਮੇਰੇ ਦਾ ਅਰਥ ਹੈ ਮੇਰ, ਵੱਡਾ, ਪਰਬਤ ਵਰਗ। ਸੁਮੇਰ, ਮੇਰ ਮੀਨਸ ਵੱਡਾ। ਸਮਾਨ ਹੈ ਮੈਨੇ ਬਰਾਬਰ। ਜੋ ਕਹਿੰਦੇ ਮਨੁੱਖ ਨੇ ਗਾਫਲਤਾ ਪਤਾ ਕੀ ਕੀਤੀ ਹੈ, ਜੋ ਅੱਜ ਜਿਹੜੇ ਬੋਲਦੇ ਆ ਆਹੀ ਗਲਤੀਆਂ ਕਰ ਰਹੇ ਆ। ਅਸੀਂ ਗਲਤੀ ਇਹ ਕੀਤੀ, ਜੋ ਕੀਤਾ ਸੀ, ਜੋ ਬਣਾਇਆ ਸੀ, ਜਿਹੜੀ ਰਚਨਾ ਰਚੀ ਸੀ, ਉਹਨੂੰ ਮੇਰ ਮੀਨਸ ਵੱਡਾ ਮੰਨ ਲਿਆ, ਉਹਨੂੰ ਪਹਾੜ ਮੰਨ ਲਿਆ, ਮੇਰਾ ਸਮਾਨ ਹੈ, ਪਹਾੜ ਦੇ ਬਰਾਬਰ ਵੱਡਾ ਮੰਨੀ ਬੈਠੇ ਆ। ਪਰ ਜਿਹਨੇ ਕੀਤਾ, ਜਿਹਨੇ ਬਣਾਇਆ, ਕਰਨਹਾਰ ਤ੍ਰਿਣ ਜਾਣੈ। ਕਹਿੰਦੇ ਕਰਨ ਵਾਲੇ ਨੂੰ ਤੀਲਾ ਮੰਨਦਾ। ਰੱਬ ਨੂੰ ਤਾਂ ਅਸੀਂ ਤੀਲਾ ਮੰਨਿਆ, ਪਰ ਜੋ ਬਣਾਤਾ ਉਹਨੂੰ ਅਸੀਂ ਪਹਾੜ ਮੰਨ ਲਿਆ। ਹੁਣ ਜਿਨ੍ਹਾਂ ਨੇ ਕੁਦਰਤ ਨੂੰ ਪਹਾੜ ਬਣਾਤਾ, ਉਹਨਾਂ ਨੇ ਕਹਿਤਾ ਵੀ ਕੁਦਰਤ ਰੱਬ ਹੈ, ਰੱਬ ਬਾਹਰ ਹੀ ਕੱਢਤਾ, ਹੈ ਹੀ ਨਹੀਂ। ਇਹਦਾ ਮਤਲਬ ਮੁਨਕਰ ਹੀ ਹੋ ਗਏ ਵੀ ਰੱਬ ਹੁੰਦਾ ਹੀ ਕੋਈ। ਉਹ ਇਹ ਕਹਿਣਾ ਚਾਹ ਰਹੇ ਨੇ ਵੀ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਸ਼ਕਤੀ ਨਹੀਂ, ਬਸ ਕੁਦਰਤ ਹੈ। ਕੁਦਰਤ ਨੇ ਕਿਸੇ ਨੂੰ ਪੁੱਛਣਾ ਨਹੀਂ, ਕੋਈ ਤੁਸੀਂ ਲੇਖਾ ਨਹੀਂ ਦੇਣਾ, ਤੁਸੀਂ ਜੋ ਮਰਜ਼ੀ ਕਰੋ, ਐਸ਼ ਦੀ ਜ਼ਿੰਦਗੀ ਜੀਓ। ਉਹ ਇਹ ਕਹਿਣਾ ਚਾਹ ਰਹੇ ਨੇ ਅਸਲ 'ਚ, ਕਿਉਂਕਿ ਉਹਨਾਂ ਨੇ ਆਪ ਐਸ਼ ਕਰਨੀ ਆ, ਉਹਨਾਂ ਨੇ ਆਪ ਤੁਹਾਡੇ ਚੜਾਵੇ ਖਾਣੇ ਨੇ, ਆਪ ਡੇਰੇ ਚਲਾਉਣੇ ਨੇ, ਆਪ ਲੋਕਾਂ ਨੂੰ ਬੁੱਧੂ ਬਣਾ ਕੇ ਮਗਰ ਲਾ ਕੇ ਰੱਖਣਾ। ਤਾਂ ਕਹਿੰਦੇ ਆ ਲੋਕਾਂ ਨੂੰ ਵੀ ਉਹੋ ਜਿਹਾ ਬਣਾ ਰਿਹਾ ਵੀ ਕੋਈ ਰੱਬ ਨਹੀਂ, ਕੋਈ ਕੁਛ ਨਹੀਂ, ਕੋਈ ਲੇਖਾ ਜੋਖਾ ਨਹੀਂ, ਕੋਈ ਕੁਛ ਨਹੀਂ ਹੈ, ਕਹਿੰਦੇ ਜੋ ਮਰਜ਼ੀ ਕਰੋ। ਫੇਰ ਮੇਰੀ ਬੇਨਤੀ ਹੈ ਵੀ ਜੇ ਜੋ ਮਰਜ਼ੀ ਕਰੋ, ਫਿਰ ਗੁਰਬਾਣੀ ਦੀ ਲੋੜ ਹੀ ਨਹੀਂ, ਮੱਥਾ ਟੇਕਣ ਦੀ ਵੀ ਲੋੜ ਨਹੀਂ, ਦੀਵਾਨਾਂ ਦੀ ਵੀ ਲੋੜ ਨਹੀਂ। ਫਿਰ ਦੀਵਾਨਾਂ ਦੀ ਕੀ ਲੋੜ ਹੈ, ਅੰਮ੍ਰਿਤ ਸੰਚਾਰਾਂ ਦੀ ਕੀ ਲੋੜ ਹੈ, ਗੁਟਕੇ ਪੋਥੀਆਂ ਲਿਟਰੇਚਰ ਦੀ ਕੀ ਲੋੜ ਹੈ, ਪ੍ਰਚਾਰ ਦੀ ਕੀ ਲੋੜ ਹੈ, ਜਦੋਂ ਹੈ ਹੀ ਨਹੀਂ ਕੁਛ, ਹੋਣਾ ਹੀ ਨਹੀਂ, ਕਿਸੇ ਨੇ ਪੁੱਛਣਾ ਹੀ ਨਹੀਂ। ਫਿਰ ਤਾਂ ਸਾਰੇ ਚੋਰ ਹੀ ਬਣ ਜਾਓ, ਠੱਗੀਆਂ ਮਾਰੋ, ਛੇੜਾਖਾਨੀਆਂ ਕਰੋ, ਲੁੱਟਾਂ ਖੋਹਾਂ ਕਰੋ, ਐਸ਼ ਪ੍ਰਸਤੀ ਕਰੋ। ਫਿਰ ਤੇ ਅੰਗਰੇਜ਼ ਵਧੀਆ ਨੇ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਮੌਜਾਂ ਕਰੋ। ਕੀ ਕਹਿਣਾ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਇਹ ਤੋਂ ਗੱਲਾਂ ਪਹਿਲਾਂ ਹੀ ਕਹਿ ਰਹੇ ਨੇ। ਫਿਰ ਗੁਰਮਤ ਦੀ ਤੇ ਲੋੜ ਹੀ ਨਹੀਂ। ਗੁਰਮਤ ਸੁਧਾਰਕਵਾਦ ਦੀ ਗੱਲ ਕਰ ਰਹੀ ਆ, ਸੁਧਾਰ ਦੀ ਲੋੜ ਹੈ ਨਹੀਂ। ਸੁਧਾਰ ਦੀ ਲੋੜ ਕਿਉਂ ਨਹੀਂ? ਕਿਉਂਕਿ ਤੁਹਾਡੇ ਮੁਤਾਬਿਕ ਅੱਗੇ ਹੈ ਕੁਛ ਨਹੀਂ, ਪੁੱਛਣਾ ਕਿਸੇ ਨੇ ਨਹੀਂ, ਆਹੀ ਰੱਬ ਹੈ। ਰੱਬ ਕੁਦਰਤ ਦੇ ਵਿੱਚ ਹੈ, ਕੁਦਰਤ ਦਿਸਦੀ ਹੈ, ਤੇ ਕਹਿੰਦੇ ਕੁਦਰਤ ਦੇਖ ਲਈ ਤੁਸੀਂ ਰੱਬ ਦੇਖ ਲਿਆ। ਹੁਣ ਰੱਬ, ਅਗਲਾ ਕਹਿੰਦਾ ਜੇ ਰੱਬ ਇਹਨੇ ਕਿਹੜਾ ਮੈਨੂੰ ਕੁਛ ਪੁੱਛਿਆ, ਨਾ ਮੈਨੂੰ ਕੁਛ ਕਿਹਾ, ਤੇ ਫਿਰ ਤੇ ਗੱਲ ਵਧੀਆ। ਤੇ ਦੂਜੀ ਗੱਲ ਫਿਰ ਹੋਰ, ਹੁਣ ਇਹ ਕੁਦਰਤ ਨੂੰ ਰੱਬ ਕਹਿੰਦੇ, ਕੁਦਰਤ ਸਾਨੂੰ ਦਿਸਦੀ ਹੈ ਨਾ, ਬਾਣੀ ਵੀ ਕਹਿੰਦੀ ਹੈ ਕੁਦਰਤ ਦਿਸ ਹੈ। ਤੇ ਗੁਰਬਾਣੀ ਦਾ ਹੀ ਪ੍ਰਮਾਣ ਹੈ ਵੀ ਜਿਹੜੀ ਚੀਜ਼ ਦਿਸਦੀ ਹੈ ਉਹ ਮਾਇਆ ਹੁੰਦੀ ਹੈ, ਉਹ ਬਿਨਸਣਹਾਰ ਹੈ, ਉਹ ਸਦੀਵ ਨਹੀਂ ਹੈ, ਉਹ ਝੂਠ ਹੈ। ਜਿਹੜੀ ਵਸਤੂ ਪਦਾਰਥ ਚੀਜ਼ ਸਾਡੀ ਅੱਖ ਦੀ ਪਕੜ ਵਿੱਚ ਆ ਗਈ, ਜਿੱਥੇ ਤੱਕ ਸਾਡੀ ਨਜ਼ਰ ਜਾ ਸਕਦੀ ਹੈ, ਜਿਹਨੂੰ ਅਸੀਂ ਦੇਖ ਸਕਦੇ ਹਾਂ, ਉਹ ਮਾਇਆ ਦਾ ਰੂਪ ਹੈ, ਉਹ ਕੂੜ ਹੈ, ਝੂਠ ਹੈ, ਕਿਉਂਕਿ ਇੱਕ ਦਿਨ ਬਿਨਸ ਜਾਏਗੀ। ਜੋ ਦਿਸੈ ਸੋ ਮਾਇਆ, ਜੋ ਦਿਸੈ ਸੋ ਬਿਨਸੈ ਗਛ ਹੈ। ਹਾਂ, ਇਹ ਵੀ ਕਿਹਾ, ਦੂਜੀ ਪੰਕਤੀ ਮੈਂ ਨਾਲ ਹੀ ਬੋਲਦਾ ਨਾ, ਜੋ ਦਿਸੈ ਸੋ ਤੇਰਾ ਰੂਪ, ਰੂਪ ਤੇਰਾ ਹੀ ਹੈ ਪਰ ਤੂੰ ਨਹੀਂ ਹੈ, ਤੇਰਾ ਰੂਪ ਹੈ, ਤੂੰ ਨਹੀਂ ਹੈਗਾ। ਤੇਰਾ ਰੂਪ ਬਿਨਸ ਜੂਗਾ, ਤੂੰ ਨਹੀਂ ਬਿਨਸਣਾ। ਰੂਪ ਤਾਂ ਬਿਨਸਦਾ ਹੀ ਹੈ, ਹਰੇਕ ਦਾ ਬਿਨਸਦਾ, ਰੂਪ ਸਾਡਾ ਵੀ ਬਿਨਸਦਾ। ਅਸੀਂ ਉਹਦੇ ਰੂਪ ਨੂੰ ਉਹਦੇ ਨਾਲ ਕਿਵੇਂ ਤਸ਼ਬੀਹ ਦੇ ਦਾਂਗੇ? ਤੇ ਜੇ ਰੂਪ ਬਿਨਸ ਗਿਆ, ਫਿਰ ਇਹਨਾਂ ਦੀਆਂ ਨਜ਼ਰਾਂ ਦੇ, ਇਹਨਾਂ ਦੇ ਮੁਤਾਬਿਕ ਫਿਰ ਰੱਬ ਵੀ ਬਿਨਸ ਗਿਆ, ਜਿਵੇਂ ਕਹਿ ਰਹੇ ਨੇ। ਅਸੀਂ ਕੇਵਲ ਤੇ ਕੇਵਲ ਝੂਠ ਨੂੰ ਹੀ ਪ੍ਰਮੋਟ ਕਰ ਰਹੇ ਹਾਂ, ਮਨਮਤ ਨੂੰ ਪ੍ਰਮੋਟ ਕਰ ਰਹੇ ਹਾਂ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ, ਕਹਿਣ ਵਾਲਾ ਕੋਈ ਨਹੀਂ, ਤਾੜਨ ਵਾਲਾ, ਰੋਕਣ ਵਾਲਾ ਕੋਈ ਨਹੀਂ। ਪਤਾ ਵੀ ਜੋ ਮਰਜ਼ੀ ਬੋਲੀ ਜਾਓ, ਸਭ ਵਿਕੀ ਜਾਣਾ, ਸਭ ਚੱਲਦਾ। ਮੀਡੀਆ ਸਾਡਾ, ਸਰਕਾਰਾਂ ਸਾਡੀਆਂ, ਪੰਥ ਵਿਰੋਧੀ ਸਾਡੇ, ਤੇ ਅਸੀਂ ਜੋ ਮਰਜ਼ੀ ਕਰਦੇ ਰਹੀਏ। ਬਲਿਹਾਰੀ ਕੁਦਰਤ ਵਸਿਆ, ਕਹਿੰਦੇ ਮੈਂ ਤੇਰੇ ਤੋਂ ਬਲਿਹਾਰ ਹਾਂ ਕਿਉਂਕਿ ਤੂੰ ਕੁਦਰਤ ਵਿੱਚ ਵਸ ਗਿਆ। ਹੁਣ ਦੋ ਹੋ ਗਏ, ਇੱਕ ਕੁਦਰਤ, ਇੱਕ ਜਿਹੜਾ ਉਹਦੇ ਵਿੱਚ ਵਸਿਆ। ਜਦੋਂ ਕੁਦਰਤ ਬਿਨਸਦੀ ਹੈ, ਕੁਦਰਤ ਤੇ ਕੋਈ ਆਫਤ ਆਉਂਦੀ ਹੈ, ਕਰਤੇ ਤੇ ਆਫਤ ਨਹੀਂ ਆਉਂਦੀ, ਕੁਦਰਤ ਤੇ ਆਉਂਦੀ ਹੈ। ਅੱਗ ਜੰਗਲਾਂ ਨੂੰ ਲੱਗਦੀ ਹੈ, ਕਰਤੇ ਨੂੰ ਨਹੀਂ ਲੱਗਦੀ। ਕਰਤਾ ਨਿਰਲੇਪ ਹੈ। ਜੰਗਲ ਛੱਡਦੇ ਨੇ, ਕੈਲੀਫੋਰਨੀਆ 'ਚ ਕਿੱਡੀ ਅੱਗ ਲੱਗੀ, ਆਸਟ੍ਰੇਲੀਆ 'ਚ ਕਿੰਨੀ ਅੱਗ ਲੱਗੀ ਵੱਡੀ। ਹੁਣ ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਖੁਦ ਕਹਿਣਾ ਚਾਹੀਦਾ ਹੈ, ਆਪਾਂ ਨੂੰ ਨਹੀਂ, ਉਹਨਾਂ ਨੂੰ ਮੰਨਣਾ ਚਾਹੀਦਾ ਵੀ ਹਾਂ ਭਾਈ ਸਾਡੇ ਰੱਬ ਨੂੰ ਅੱਗ ਲੱਗ ਗਈ।
ਵੀ ਅਸੀਂ ਤਾਂ ਕੁਦਰਤ ਨੂੰ ਰੱਬ ਮੰਨਦੇ ਸੀ, ਜੰਗਲਾਂ ਨੂੰ, ਬਨਸਪਤੀ ਨੂੰ ਕਹਿੰਦੇ ਸੀ ਵਾਹ ਵਾਹ ਕਿੰਨੀ ਸੋਹਣੀ ਬਨਸਪਤੀ, ਕਿੰਨਾ ਸੋਹਣਾ ਰੱਬ, ਉਹ ਕਹਿੰਦੇ ਰਹੇ ਨੇ ਗੱਲਾਂ। ਹੁਣ ਉਹਨਾਂ ਨੂੰ ਕਹੋ ਵੀ ਤੁਸੀਂ ਮੰਨੋ ਇਹ ਗੱਲ ਵੀ ਹਾਂ ਤੁਹਾਡੇ ਰੱਬ ਨੂੰ ਅੱਗ ਲੱਗੀ ਆ, ਮੰਨੋ, ਮਨਾਓ ਉਹਨਾਂ ਨੂੰ। ਹੁਣ ਆਪ ਹੀ ਫਸ ਗਏ ਇੱਥੇ ਆ ਕੇ। ਹੁਣ ਜਦੋਂ ਤੁਸੀਂ ਮੰਨ ਹੀ ਲਿਆ ਵੀ ਇਹ ਤਾਂ ਉਹੀ ਗੱਲ ਹੋ ਗਈ ਵੀ ਉਹਨੇ ਪੱਥਰ ਦਾ ਰੱਬ ਮੰਨ ਲਿਆ। ਇੱਕ ਕਨਮਤ ਵਾਲੇ ਨੇ, ਹਿੰਦੂ ਧਰਮ ਵਾਲੇ ਨੇ ਪੱਥਰ ਨੂੰ ਰੱਬ ਮੰਨਿਆ, ਫਿਰ ਪੱਥਰ ਨੂੰ ਭੋਗ ਲਾ ਰਹੇ ਹੋ। ਉਹ ਬਲਕਿ ਇਹਨਾਂ ਨਾਲੋਂ ਜ਼ਿਆਦਾ ਮੈਂ ਕਹਿੰਦਾ ਉਹ ਬੰਦਾ ਵਧੀਆ, ਘੱਟੋ ਘੱਟੋ ਤੇ ਖੜਾ ਤਾਂ ਹੈ ਨਾ। ਜਿਹਨੇ ਪੱਥਰ ਨੂੰ ਰੱਬ ਮੰਨਿਆ, ਪੱਥਰ ਦੀ ਪੂਜਾ ਤਾਂ ਕਰਦਾ, ਪੱਥਰ ਦਾ ਡਰ ਤਾਂ ਰੱਖਦਾ, ਥੋੜਾ ਬਹੁਤਾ ਭੈ ਰੱਖਦਾ। ਤੁਸੀਂ ਤਾਂ ਭੈ ਵੀ ਨਹੀਂ ਰੱਖਦੇ। ਰੱਬ ਕਹਿੰਦੇ ਹੋ, ਮੰਨਦੇ ਤੁਸੀਂ ਵੀ ਹੈ ਨਹੀਂ, ਕਹਿ ਹੀ ਰਹੇ ਹੋ, ਇਹ ਕਹਿ ਹੀ ਰਹੇ ਨੇ, ਮੰਨ ਇਹ ਵੀ ਨਹੀਂ ਰਹੇ। ਸੋ ਇਸ ਕਰਕੇ ਇਸ ਪੱਖ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮੇਸ਼ਰ ਸੱਚ ਰੂਪ ਹੈ। ਸੱਚ, ਸੱਚ ਦਾ ਅਰਥ ਹੈ ਬਸ ਜੋ ਸੱਚ ਹੈ, ਕੇਵਲ ਨਿਰੋਲ ਸੱਚ। ਸੱਚ ਵਿੱਚ ਕਦੀ ਬਦਲਾਅ ਨਹੀਂ ਹੁੰਦਾ, ਸੱਚ ਕਦੀ ਘਟਦਾ ਵੱਧਦਾ ਨਹੀਂ, ਸੱਚ ਜੰਮਦਾ ਮਰਦਾ ਨਹੀਂ, ਸੱਚ ਆਉਂਦਾ ਜਾਂਦਾ ਨਹੀਂ, ਸੱਚ ਪੈਦਾ ਨਹੀਂ ਹੁੰਦਾ, ਸੱਚ ਡਰਦਾ ਨਹੀਂ, ਸੱਚ ਨਿਰਲੇਪ ਹੈ, ਸੱਚ ਪ੍ਰਭਾਵਿਤ ਨਹੀਂ ਹੁੰਦਾ। ਸੱਚ ਨੂੰ ਤੁਸੀਂ ਕਿਸੇ ਤਰੀਕੇ ਨਾਲ ਡਰਾ ਨਹੀਂ ਸਕਦੇ, ਧਮਕਾ ਨਹੀਂ ਸਕਦੇ, ਉਹਨੂੰ ਲਾਲਚ ਸਬਜ਼ ਬਾਗ ਦੇ ਕੇ ਆਪਣਾ ਨਹੀਂ ਬਣਾ ਸਕਦੇ। ਇਹਨੂੰ ਸੱਚ ਕਹਿੰਦੇ ਨੇ। ਕੁਦਰਤ ਨੂੰ ਤੁਸੀਂ ਵੱਢ ਵੀ ਸਕਦੇ ਹੋ, ਧਰਤੀ ਪੁੱਟ ਦਿਓ। ਸਮੁੰਦਰਾਂ 'ਚ ਲੋਕਾਂ ਨੇ ਅੱਗ ਲਾਤੀ, ਸੂਰਜ ਦੀ ਰੋਸ਼ਨੀ ਅਸੀਂ ਰੋਕਤੀ, ਸੂਰਜ ਦੀ ਰੋਸ਼ਨੀ ਆਪਣੀ ਬਣਾ ਲਈ, ਨਕਲੀ ਚੰਦਰਮਾ ਬਣਾ ਲਏ ਚੀਨ ਨੇ। ਰੱਬ ਬਣਾ ਕੇ ਦਿਖਾਓ, ਕੋਈ ਸੱਚ ਬਣਾ ਕੇ ਦਿਖਾਓ। ਕੁਦਰਤ ਅਸੀਂ ਦੂਸ਼ਿਤ ਵੀ ਕੀਤੀ ਆ, ਫਿਰ ਮੰਨੋ ਰੱਬ ਦੂਸ਼ਿਤ ਹੋਇਆ। ਪੌਣ, ਪਾਣੀ ਤੇ ਮਿੱਟੀ, ਤਿੰਨੇ ਚੀਜ਼ਾਂ ਦੂਸ਼ਿਤ ਨੇ ਅੱਜ ਜੀ, ਬੁਰੇ ਹਾਲ ਨੇ ਬਲਕਿ ਤਿੰਨਾਂ ਦੇ। ਹੁਣ ਇਹਨਾਂ ਨੂੰ ਕਹੋ ਵੀ ਤੁਸੀਂ ਮੰਨੋ ਵੀ ਸਾਡਾ ਰੱਬ ਦੂਸ਼ਿਤ ਹੋ ਗਿਆ, ਤੁਹਾਡੇ ਰੱਬ ਤੇ ਪ੍ਰਭਾਵ ਪੈ ਗਿਆ ਪੋਲਿਊਸ਼ਨ ਦਾ, ਜ਼ਹਿਰ ਦਾ, ਮਿੱਟੀ ਜ਼ਹਿਰੀਲੀ ਆ, ਤੁਹਾਡੀ ਮਾਂ, ਤੁਹਾਡਾ ਰੱਬ ਵੀ ਮਿੱਟੀ ਨਾਲ ਜ਼ਹਿਰੀਲਾ ਹੋ ਗਿਆ। ਮੰਨੋ, ਨਹੀਂ ਮੰਨਣਗੇ, ਕਿਉਂਕਿ ਕਹਿੰਦੇ ਨੇ, ਮੰਨਦੇ ਨਹੀਂ। ਅੰਦਰ ਖਾਤੇ ਡਰੇ ਵੀ ਹੋਏ ਨੇ ਵੀ ਅਸੀਂ ਕਹਿ ਤਾਂ ਦਿੱਤਾ ਪਰ ਗੱਲ ਕੋਈ ਹੋਰ ਆ, ਕੀ ਆ ਉਹਦਾ ਪਤਾ ਨਹੀਂ। ਉਹ ਗੁਰਬਾਣੀ ਚੋਂ ਹੀ ਪਤਾ ਹੈ ਸਾਨੂੰ, ਵੀ ਤਾਂ ਗੁਰਬਾਣੀ ਚੋਂ ਹੀ ਪਤਾ ਲੱਗਿਆ ਹੈ। ਗੁਰਬਾਣੀ ਹੀ ਦੱਸਦੀ ਆਪਾਂ ਨੂੰ। ਲੋੜ ਹੈ ਗੁਰਬਾਣੀ ਨੂੰ ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਵਿਚਾਰਨ ਦੀ, ਡੀਪ ਜਾਣ ਦੀ। ਇੱਕ ਸ਼ਬਦ ਨੂੰ ਇੱਕ ਥਾਂ ਤੋਂ ਨਹੀਂ ਸਮਝਿਆ ਜਾ ਸਕਦਾ। ਸ਼ਬਦ, ਇੱਕ ਸ਼ਬਦ ਦੇ ਕਈ ਥਾਂ ਤੇ ਅਰਥ ਹੋਰ ਥਾਂ ਤੇ ਪਏ ਹੁੰਦੇ ਨੇ। ਗੁਰਬਾਣੀ ਦੀ ਖੂਬੀ ਹੈ, ਇਹ ਵਿਲੱਖਣਤਾ ਹੈ ਵੀ ਜਿਹੜਾ ਸ਼ਬਦ ਉਸ ਸ਼ਬਦ ਵਿੱਚ ਨਹੀਂ ਖੁੱਲ ਰਿਹਾ, ਕਿਸੇ ਪੰਕਤੀ ਦੀ ਸਮਝ ਉੱਥੋਂ ਨਹੀਂ ਆ ਰਹੀ, ਉਹ ਪੰਕਤੀ ਦੀ ਅਰਥ ਕਿਸੇ ਦੂਜੀ ਜਗ੍ਹਾ ਤੇ ਹੋ ਜਾਣਗੇ। ਹਾਂਜੀ ਸਰਬਜੋਤ ਸਿੰਘ ਬੋਲੋ। ਹਾਂਜੀ ਭਾਈ ਸਾਹਿਬ ਜੀ, ਕਬੀਰ ਸਾਹਿਬ ਦੀ ਇੱਕ ਪੰਕਤੀ ਆ ਜੀ, ਕਹਿੰਦੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿਤਰੇ ਚਿਤ ਰਾਖ ਚਤੇਰਾ। ਹਾਂ, ਵਾਹ, ਬਿਲਕੁਲ। ਹਾਂਜੀ, ਹਾਂਜੀ। ਇਹ ਪੰਕਤੀ ਬੜੀ ਸੋਹਣੀ ਆ, ਬਿਲਕੁਲ ਇਸੇ ਗੱਲ ਦੀ ਵਿਆਖਿਆ ਕਰਦੀ। ਚੱਚੇ ਅੱਖਰ ਤੋਂ ਸਮਝਾ ਰਹੇ ਨੇ। ਚੱਚਾ ਰਚਿਤ ਚਿੱਤਰ ਹੈ ਭਾਰੀ, ਪਰਮੇਸ਼ਰ ਨੇ ਇੱਕ ਚਿੱਤਰ ਰਚਿਆ। ਚਿੱਤਰ ਕੀ ਹੈ? ਸੰਸਾਰ, ਕੁਦਰਤ, ਜਿਹੜੀ ਰਚਨਾ, ਕ੍ਰੀਏਸ਼ਨ, ਇਹ ਚਿੱਤਰ ਹੈ ਉਹਦਾ। ਬੜਾ ਵਧੀਆ ਚਿੱਤਰ ਹੈ, ਚਿੱਤਰ ਮਾੜਾ ਨਹੀਂ ਹੈ, ਚਿੱਤਰ ਬਹੁਤ ਸੋਹਣਾ ਬਣਾਇਆ ਉਹਨੇ, ਬੜੀ ਸੋਹਣੀ ਪੇਂਟਿੰਗ ਬਣਾਈ ਹੈ ਉਹਨੇ। ਸਾਡੇ ਤੋਂ ਨਹੀਂ ਬਣ ਸਕਦੀ ਇਸ ਤਰ੍ਹਾਂ ਦੀ ਪੇਂਟਿੰਗ, ਅਸੀਂ ਵੀ ਉਹਦਾ ਚਿੱਤਰ ਹੀ ਆ। ਤਜ ਚਿੱਤਰ ਚੇਤੋ ਚਿਤਕਾਰੀ, ਚਿੱਤਰ ਨੂੰ ਛੱਡ ਕੇ ਚਿੱਤਰਕਾਰ ਨਾਲ ਸੁਰਤ ਜੋੜੋ। ਹੁਣ ਚਿੱਤਰ ਇੱਕ, ਚਿੱਤਰਕਾਰ ਦੋ, ਦੋ ਚੋਂ ਦੋ ਹੋ ਗਏ ਨਾ, ਹੁਣ ਇੱਕ ਕਿਵੇਂ ਮੰਨ ਲਈ ਆਪਾਂ? ਉਹਨਾਂ ਨੇ ਪੰਕਤੀ ਕਿਉਂ ਨਹੀਂ ਵਿਚਾਰੀ? ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਇੱਕ ਕਹਿੰਦੇ ਇਹਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ, ਬਰੀਕ। ਚਿੱਤਰ ਤੇ ਅਵਚਿੱਤਰ ਵਿੱਚ ਕੋਈ ਫਰਕ ਹੈ ਥੋੜਾ ਜਿਹਾ, ਇਹ ਫਰਕ ਸਮਝਣਾ ਪੈਣਾ ਆਪਾਂ ਨੂੰ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਕੀ ਹੈ? ਕਹਿੰਦੇ ਤਜ ਚਿੱਤਰ ਹੈ ਚਿੱਤ ਰਾਖ ਚਤੇਰਾ। ਚਿੱਤਰ ਨੂੰ ਛੱਡ ਦੇ, ਕੁਦਰਤ ਨੂੰ ਛੱਡ ਦੇ, ਦਰਖਤ, ਜੰਗਲ, ਜਾਨਵਰ, ਪੌਦੇ, ਪਾਣੀ, ਅੱਗ, ਹਵਾ ਨੂੰ ਛੱਡ ਦੇ, ਧਰਤੀ ਨੂੰ ਛੱਡ ਦੇ, ਚਤੇਰੇ ਨਾਲ ਸੁਰਤ ਜੋੜਦਾ। ਜਿਹਨੇ ਸਾਰਾ ਕੁਝ ਬਣਾਇਆ ਉਹਦੇ ਨਾਲ ਸੁਰਤ ਜੋੜਦਾ। ਹੁਣ ਦੋ ਹੋ ਗਏ ਤਾਂ ਗੁਰੂ ਸਾਹਿਬ ਨੇ ਖੁਦ ਕਹਿਤਾ ਵੀ ਉਹ ਹੋਰ ਹੈ। ਉਹ ਪਿਓ ਆ ਜਿਹੜਾ ਤੁਹਾਡਾ ਤੇ ਸਾਡਾ ਸਾਰਿਆਂ ਦਾ, ਉਹ ਪਿਓ ਤਾਂ ਕਿਤੇ ਹੋਰ ਹੈ। ਉਹ ਚਿੱਤਰ ਨਹੀਂ ਹੈ, ਉਹ ਅਵਚਿੱਤਰ ਹੈ, ਚਿੱਤਰ ਤੋਂ ਬਾਹਰ ਹੈ ਉਹ ਤਾਂ ਕਹਿੰਦੇ ਚਿੱਤਰ ਨੂੰ ਛੱਡ ਹੀ ਦੇ ਤੂੰ। ਉਹ ਕਹਿੰਦੇ ਕੁਦਰਤੀ ਰੱਬ ਹੈ, ਉਹ ਕਹਿੰਦੇ ਤੂੰ ਕੁਦਰਤ ਦੀ ਗੱਲ ਹੀ ਨਾ ਕਰ, ਤੂੰ ਕੁਦਰਤ ਬਣਾਉਣ ਵਾਲੇ ਦੀ ਗੱਲ ਕਰ। ਦੋ ਹੋ ਗਏ ਨਾ ਹੁਣ।
ਸਪਸ਼ਟ ਹੈ ਜੀ, ਨਾਲੇ ਇੱਥੇ ਪੂਰਾ ਸਪਸ਼ਟ ਹੈ, ਬਿਲਕੁਲ ਬਹੁਤ ਕਲੀਅਰ ਹੈ। ਮੈਂ ਸੌਖੀ। ਕਹਿੰਦਾ 2 ਲਾਈਨਾਂ ਨੇ ਕਪਾਟ ਹੀ ਖੁੱਲੇ ਪਏ ਨੇ ਪੂਰੇ, ਕੋਈ ਭਰਮ ਹੈ ਹੀ ਨਹੀਂ। ਹਾਂ, ਇਮਾਨਦਾਰੀ ਦੀ ਲੋੜ ਆ ਵੀ ਜੇ ਤਾਂ ਇਮਾਨਦਾਰੀ ਹੈ ਵੀ ਮੈਨੂੰ, ਜੇ ਮੰਨ ਲਓ ਵੀ ਚਲੋ ਮੈਨੂੰ ਇਹ ਲੱਗਦਾ ਵੀ ਮੈਂ ਉਦੋਂ ਗਲਤ ਗੱਲ ਕਹਿਤੇ, ਆਪਾਂ ਨੂੰ ਕਬੂਲ ਕਰ ਲੈਣੀ ਚਾਹੀਦੀ ਹੈ ਵੀ ਨਹੀਂ ਭਾਈ ਉਦੋਂ ਸਾਨੂੰ ਭੁਲੇਖਾ ਲੱਗਾ ਹੈ, ਅਸਲ 'ਚ ਗੁਰਬਾਣੀ ਆਹ ਗੱਲ ਕਰਦੀ ਹੈ, ਇਹ ਪੰਕਤੀਆਂ ਉਦੋਂ ਸਾਡੀ ਪਕੜ 'ਚ ਨਹੀਂ ਆਈਆਂ, ਸਮਝ 'ਚ ਨਹੀਂ ਆਈਆਂ, ਅਸੀਂ ਅੱਜ ਆਹ ਕਰੈਕਸ਼ਨ ਕਰ ਰਹੇ ਹਾਂ। ਆਪਾਂ ਕੀ ਫਰਕ ਪੈਂਦਾ ਇਹਦੇ ਨਾਲ? ਗੁਰਬਾਣੀ 'ਚੋਂ ਹੀ ਆਪਾਂ ਹਰੇਕ ਨੂੰ ਗੁਰਬਾਣੀ 'ਚੋਂ ਸਮਝ ਆਈਏ, ਗੁਰਬਾਣੀ ਰਾਹੀਂ ਆਪਾਂ ਨੂੰ ਸਮਝ ਰਹੇ ਹਾਂ ਨਾ। ਪਰ ਹੁਣ ਸਮੱਸਿਆ ਹੈ ਵੀ ਹੁਣ ਕਰਨਗੇ ਨਹੀਂ ਇਹ ਕੁਝ, ਕਿਉਂਕਿ ਹੁਣ ਪਹਿਲਾਂ ਕੁਝ ਹੋਰ ਕਿਹਾ ਜਾ ਚੁੱਕਿਆ, ਬਹੁਤ ਵੱਡੇ ਪੱਧਰ ਤੇ ਕਿਹਾ ਜਾ ਚੁੱਕਿਆ, ਬੜਾ ਦਾਵਾ ਕਰਕੇ ਕਿਹਾ ਜਾ ਚੁੱਕਿਆ, ਠੋਕ ਵਜਾ ਕੇ ਕਿਹਾ ਜਾ ਚੁੱਕਿਆ, ਝੁਮਟੇ ਢੋਲ ਛੈਣ ਕੇ ਖੜਕਾ ਕੇ ਕਿਹਾ ਜਾ ਚੁੱਕਿਆ। ਹੁਣ ਆਪ ਹੀ ਬਚ ਗਏ। ਆਪਣੀ ਸਟੇਟਮੈਂਟ ਨਹੀਂ ਹੁਣ ਚੇਂਜ ਹੋਣੀ। ਜਿਹੜੇ ਸਟੇਟਮੈਂਟ ਦਾ ਰੌਲਾ ਪਾਉਂਦੇ ਸੀ, ਹੁਣ ਆਪਣੀ ਸਟੇਟਮੈਂਟ ਨਹੀਂ ਬਦਲ ਹੋਣੀ। ਹੁਣ ਪਤਾ ਵੀ ਹੁਣ ਸੰਗਤ ਟੁੱਟੂਗੀ। ਗੁਰਮਤ ਨੇ ਬੜੇ ਖੁੱਲੇ ਰੂਪ ਚ ਬੜੀ ਸਪਸ਼ਟ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਆਪਾਂ ਪਿੱਛੇ ਪੜ੍ਹੀ ਸੀ, ਇਹ ਸਾਰਿਆਂ ਨੂੰ ਯਾਦ ਹੋਣੀ ਚਾਹੀਦੀ ਹੈ। ਇਹ ਜੱਗ, ਜੱਗ ਦਾ ਅਰਥ ਹੁਣ ਭਾਵੇਂ ਤੁਸੀਂ ਬਾਹਰਲਾ ਕਰ ਲਓ, ਜੱਗ ਆਪਾਂ ਜਗਤ ਵੀ ਕਹਿ ਲੈਂਦੇ ਹਾਂ, ਰਚਨਾ ਵੀ ਕਹਿ ਲਓ, ਸੰਸਾਰ ਕਹਿ ਲਓ, ਤੇ ਸਰੀਰ ਵੀ ਕਹਿ ਲਓ। ਇਹ ਸੱਚੇ ਦੀ ਕੋਠੜੀ ਹੈ, ਸੱਚੇ ਦਾ ਇਹਦੇ ਵਿੱਚ ਵਾਸ ਹੈ, ਧਿਆਨ ਵਿੱਚ ਰੱਖਿਓ। ਕਈ ਲੋਕ ਕਹਿੰਦੇ ਜੀ ਫਿਰ ਲੈ ਇਹਦੇ ਕੀ ਅਰਥ ਹੋਏ, ਇਹ ਜੱਗ ਸੱਚੇ ਕੀ ਹੈ ਕੋਠੜੀ। ਉਹ ਸੱਚੇ ਦੀ ਕੋਠੜੀ ਹੈ, ਸੱਚਾ ਨਹੀਂ ਹੈ। ਕੋਠੜੀ ਬਿਨਸ ਜਾਏਗੀ, ਕੋਠੜੀ ਬਣੀ ਹੈ, ਕਦੇ ਖਤਮ ਵੀ ਹੋਏਗੀ, ਸੱਚਾ ਨਹੀਂ ਖਤਮ ਹੋਏਗਾ। ਆਪਾਂ ਘਰ ਬਣਾਉਂਦੇ ਆ, ਪਹਿਲਾਂ ਤਾਂ ਘਰ ਨੂੰ ਬਣਾਉਨੇ ਆ, ਨਹੀਂ ਹੁੰਦਾ ਘਰ ਬਣ ਜਾਂਦਾ ਹੈ, ਬਣਨ ਤੋਂ ਬਾਅਦ ਫਿਰ ਵਿਕ ਵੀ ਜਾਂਦਾ ਹੈ। ਮਾਲਕ ਤਾਂ ਨਹੀਂ ਵਿਕਦਾ, ਮਾਲਕ ਘਰ ਛੱਡ ਕੇ ਹੋਰ ਲੈ ਲੈਂਦਾ। ਮਾਲਕ ਵਿਕਦਾ ਦੇਖਿਆ ਕਦੇ? ਵੀ ਘਰ ਖੜਾ ਜੀ ਮਾਲਕ ਵਿਕ ਰਿਹਾ। ਮਾਲਕ ਜੇ ਮਰਜ਼ੀ ਘਰ ਵੇਚ ਤੇ ਮਰਜ਼ੀ ਢਾ ਦੇ, ਮਾਲਕ ਦੀ ਮਰਜ਼ੀ ਆ। ਪਰ ਘਰ ਦੇ ਢਹਿਣ ਨਾਲ ਮਾਲਕ ਨਹੀਂ ਢਹਿੰਦਾ, ਘਰ ਦੇ ਵਿਕਣ ਨਾਲ ਮਾਲਕ ਨਹੀਂ ਵਿਕਦਾ, ਘਰ ਦੇ ਪੁਰਾਣਾ ਹੋਣ ਨਾਲ ਮਾਲਕ ਪੁਰਾਣਾ ਨਹੀਂ ਹੁੰਦਾ। ਘਰ ਨੂੰ ਅੱਗ ਲੱਗ ਜਾਏ ਮਾਲਕ ਨੂੰ ਨਹੀਂ ਲੱਗਦੀ। ਇਹ ਫਰਕ ਸਮਝਣੇ ਪੈਣੇ ਸੀ ਆਪਾਂ ਨੂੰ ਬਰੀਕ। ਕੋਠੀ ਸੱਚੇ ਦੀ ਹੈ, ਰਚਨਾ ਉਸੇ ਦੀ ਹੈ, ਉਸੇ ਨੇ ਬਣਾਈ ਹੈ, ਬੜੀ ਤਰੀਕੇ ਨਾਲ ਬਣਾਈ ਹੈ, ਬੜੇ ਇੱਕ ਸਿਸਟਮ ਨਾਲ ਬਣਾਈ ਹੈ। ਇੱਕ ਲਾਅ ਹੈ, ਲਾਅ ਆਫ ਨੇਚਰ, ਕੁਦਰਤ ਦਾ ਕਾਨੂੰਨ, ਉਹਦੇ ਵਿੱਚ ਸਾਰੇ ਆਪਾਂ ਚੱਲ ਰਹੇ ਹਾਂ, ਬੱਧੇ ਹੋਏ ਹਾਂ। ਸੂਰਜ ਵੀ ਉਹਦੇ ਹੁਕਮ 'ਚ ਚੱਲ ਰਿਹਾ ਹੈ, ਉਹਦੀ ਰਚਨਾ, ਉਹਦੀ ਕ੍ਰੀਏਸ਼ਨ ਹੈ, ਉਹਦਾ ਹੁਕਮ ਮੰਨ ਰਿਹਾ। ਉਹ ਤਾਰੇ ਮੰਨ ਰਹੇ ਨੇ, ਅੱਗ ਮੰਨ ਰਹੀ ਹੈ, ਪੌਣ ਪਾਣੀ ਬਸੰਤਰ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣ ਲੱਖ ਦਰਿਆਓ। ਕਿਹਦੇ ਭੈ 'ਚ ਚੱਲ ਰਹੇ ਨੇ? ਜੇ ਖੁਦ ਰੱਬ ਨੇ, ਰੱਬ ਕਿਹਦੇ ਭੈ 'ਚ ਚੱਲ ਰਿਹਾ? ਫਿਰ ਸਵਾਲ ਖੜਾ ਹੋ ਜਾਊਗਾ। ਉਹਨਾਂ ਮੁਤਾਬਿਕ ਤਾਂ ਫਿਰ ਸਵਾਲ ਖੜਾ ਹੋ ਗਿਆ ਬਈ ਜੇ ਤੁਸੀਂ ਸੂਰਜ, ਚੰਦ, ਤਾਰੇ, ਅੱਗ, ਹਵਾ, ਬਨਸਪਤੀ ਨੂੰ ਭੈ ਰੱਬ ਮੰਨਦੇ ਹੋ, ਫਿਰ ਇਹ ਕਿਹਦੇ ਭੈ 'ਚ ਚੱਲ ਰਹੇ ਨੇ? ਰੱਬ ਨੂੰ ਕਿਹਦਾ ਭੈ ਪੈ ਗਿਆ? ਹੁਣ ਫਿਰ ਇਹਦਾ ਕੋਈ ਜਵਾਬ ਨਹੀਂ ਆਣਾ। ਆਵੇ ਤੇ ਵਧੀਆ ਗੱਲ ਹੈ, ਦੇਣ, ਚਲੋ ਹੋ ਸਕਦਾ ਅਸੀਂ ਗਲਤ ਹੋਈਏ। ਜੇ ਇਹਦੇ ਕੋਲ ਜਵਾਬ ਹੈ, ਗੁਰਬਾਣੀ ਚੋਂ ਜਵਾਬ ਹੈ, ਉਹ ਸਾਨੂੰ ਜ਼ਰੂਰ ਦੱਸਣ, ਅਸੀਂ ਉਹਨੂੰ ਕਬੂਲ ਕਰਾਂਗੇ। ਗੁਰਬਾਣੀ ਚੋਂ ਤਸੱਲੀ ਹੋ ਜਾਏ, ਗੁਰਬਾਣੀ ਚੋਂ ਸਾਨੂੰ ਉੱਤਰ ਮਿਲ ਜਾਏ, ਗੁਰਬਾਣੀ ਚੋਂ ਇਹਦੀ ਪੁਸ਼ਟੀ ਹੋ ਜਾਏ ਵੀ ਕੁਦਰਤ ਹੀ ਰੱਬ ਹੈ, ਜੋ ਦਿਸਦਾ ਇਹੀ ਰੱਬ ਹੁੰਦਾ, ਹੋਰ ਕੋਈ ਅਲੱਗ ਰੱਬ ਨਹੀਂ ਹੈ, ਹੋਰ ਕੋਈ ਸੱਚ ਨਹੀਂ ਹੈ, ਜਾਂ ਕੁਦਰਤੀ ਆਦ ਸੱਚ ਜੁਗਾਦ ਸੱਚ ਹੈ। ਇਹਨੂੰ ਗੁਰਬਾਣੀ ਚੋਂ ਪੁਸ਼ਟੀ ਹੋ ਜਾਏ, ਆਪਾਂ ਮੰਨ ਲਾਂਗੇ, ਕੋਈ ਗੱਲ ਨਹੀਂ, ਸਾਨੂੰ ਕੋਈ ਹਰਜ ਨਹੀਂ। ਪਰ ਗੁਰਬਾਣੀ ਚੋਂ ਹੋਵੇ ਪੁਸ਼ਟੀ, ਬਾਹਰੋਂ ਨਾ ਹੋਵੇ। ਅਸੀਂ ਗੱਲ ਗੁਰਬਾਣੀ ਦੀ ਕਰਨੀ ਆ, ਗੁਰਬਾਣੀ ਚੋਂ ਕਰਨੀ ਚਾਹੀਦੀ ਹੈ। ਸੋ ਗੁਰੂ ਸਾਹਿਬ ਨੇ ਨਾ ਬੜੇ, ਦੇਖੋ ਮਹਾਰਾਜ ਨੇ ਇਸੇ ਕਰਕੇ ਗੱਲ ਆਦ ਸੱਚ ਤੋਂ ਸ਼ੁਰੂ ਕੀਤੀ ਸੀ। ਉਹਨਾਂ ਨੇ ਕੋਈ ਕੁਦਰਤ ਨਹੀਂ ਲਿਆਂਦੀ, ਕੋਈ ਰਚਨਾ ਨਹੀਂ ਲਿਆਂਦੀ, ਕੁਛ ਨਹੀਂ ਲਿਆਂਦਾ। ਕਹਿੰਦੇ ਆਦ ਸੱਚ। ਉਹ ਤੋਂ ਪਹਿਲਾਂ ਜਪ ਲਿਖਤਾ। ਜਪ ਦਾ ਅਰਥ ਹੁੰਦਾ ਸਮਝਣਾ। ਸਮਝ, ਕੀ ਸਮਝ? ਆਦ ਸੱਚ। ਪਹਿਲਾਂ ਆਦ ਸੱਚ ਨੂੰ ਸਮਝ। ਦੂਜੇ ਨੰਬਰ ਤੇ ਜੁਗਾਦ ਹੈ, ਯੁੱਗ। ਯੁੱਗ ਜਦੋਂ ਸਮਾਂ ਸ਼ੁਰੂ ਹੁੰਦਾ, ਵਕਤ ਸ਼ੁਰੂ ਹੋਇਆ, ਇਸ ਦਾ ਮਤਲਬ ਵਕਤ ਵੀ ਕਦੇ ਨਹੀਂ ਸੀ। ਆਪਾਂ ਨੂੰ ਕਹਿਣਾ ਪਏਗਾ ਵੀ ਇੱਕ ਵਕਤ, ਉਹ ਸਮਾਂ, ਪਰ ਉਦੋਂ ਸਮਾਂ ਵੀ ਨਹੀਂ, ਮਜਬੂਰੀ ਹੈ ਸਾਨੂੰ ਕਹਿਣਾ ਪਏਗਾ, ਉਦੋਂ ਸਮਾਂ ਵੀ ਹੈ ਨਹੀਂ, ਵਕਤ ਵੀ ਹੈ ਨਹੀਂ, ਕਿਉਂਕਿ ਦਿਨ ਵੀ ਨਹੀਂ, ਰਾਤ ਵੀ ਨਹੀਂ, ਸੂਰਜ ਵੀ ਨਹੀਂ, ਚੰਦਰਮਾ ਵੀ ਨਹੀਂ, ਵਕਤ ਵੀ ਨਹੀਂ ਬਣਦਾ। ਇਹਦੇ ਨਾਲ ਵਕਤ ਬਣਦਾ ਹੈ। ਆਦ ਸੱਚ। ਆਦ ਸੱਚ ਕੀ ਹੈ? ਬਸ ਆਦ ਸੱਚ ਨੂੰ ਗੁਰਬਾਣੀ ਅੱਗੇ ਸਾਰੀ ਐਕਸਪਲੇਨ ਕਰ ਰਹੀ ਹੈ, ਡਿਸਕ੍ਰਾਈਬ ਕੀਤਾ ਪੂਰੀ ਗੁਰਬਾਣੀ ਚ। ਆਦ ਸੱਚ ਦਾ ਵਿਆਖਿਆ ਚੱਲ ਰਹੀ ਹੈ। ਉਹ ਕੁਦਰਤ ਬਣਾ ਵੀ ਸਕਦਾ ਹੈ, ਮਿਟਾ ਵੀ ਸਕਦਾ ਹੈ। ਅਨੇਕ ਵਾਰ ਪਸਰਿਓ ਪਸਾਰ, ਐਸਾ ਪਸਾਰੇ, ਐਸੀਆਂ ਕੁਦਰਤਾਂ, ਐਸੀਆਂ ਧਰਤੀਆਂ ਪਤਾ ਨਹੀਂ ਉਹਨੇ ਕਿੰਨੀ ਵਾਰ ਬਣਾਈਆਂ, ਕਿੰਨੀ ਵਾਰ ਮਿਟਾਈਆਂ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਕੋਟ ਬ੍ਰਹਮੰਡ ਕੋ ਠਾकुर स्वामी। ਲਓ ਆ ਹੋਰ ਉੱਪਰ ਆ ਗਈ ਪੰਕਤੀ, ਸਰਬ ਜੀਆਂ ਕਾ ਦਾਤਾ ਰੇ।
ਹੁਣ ਕੋਟ ਬ੍ਰਹਿਮੰਡ ਇਹਨਾਂ ਦੇ ਮੁਤਾਬਿਕ ਕੁਦਰਤ ਹੈ, ਰੱਬ ਹੈ, ਤੇ ਫਿਰ ਇਸ ਰੱਬ ਦਾ ਠਾਕੁਰ ਸਵਾਮੀ ਉਹ ਕੌਣ ਹੈ? ਫਿਰ ਪੁੱਛੋ ਇੱਥੇ ਇਹਨਾਂ ਨੂੰ ਵੀ ਚਲੋ ਅਸੀਂ ਮੰਨ ਲਏ ਜੀ ਕੋਟ ਬ੍ਰਹਿਮੰਡ ਨੇ, ਆ ਬ੍ਰਹਿਮੰਡ ਨੂੰ ਤੁਸੀਂ ਕੁਦਰਤ ਕਹਿੰਦੇ ਹੋ, ਇਹਨੂੰ ਰੱਬ ਕਹਿੰਦੇ ਹੋ, ਇਹਦਾ ਇਸ ਰੱਬ ਦਾ ਰੱਬ ਕਿਹੜਾ? ਠਾਕੁਰ ਸਵਾਮੀ ਕੌਣ ਹੈ ਕੋਟ ਬ੍ਰਹਿਮੰਡ ਕੋ? ਸਰਬ ਜੀਆਂ ਕਾ ਦਾਤਾ ਰੇ, ਦਾਤਾ ਵੀ ਸਾਰਿਆਂ ਦਾ ਉਹੀ ਹੈ। ਉਹ ਕਿਹੜਾ ਦਾਤਾ ਹੈ, ਕਿਹੜਾ ਠਾਕੁਰ ਹੈ, ਕਿਹੜਾ ਸਵਾਮੀ ਹੈ? ਉਹਦੀ ਗੱਲ ਕਰੋ ਸਾਡੇ ਨਾਲ, ਉਹਦੇ ਬਾਰੇ ਦੱਸੋ ਸਾਨੂੰ, ਉਹਦੇ ਬਾਰੇ ਸਮਝਾਓ। ਉਹੀ ਹੈ ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੂਰਖ ਕਹਤਾ ਸਾਡੇ ਵਰਗਿਆਂ ਨੂੰ, ਇੱਕ ਗੁਣ ਤਾਂ ਕਹਿੰਦੇ ਜਾਣਦੇ ਉਹਦਾ, ਇੱਕ ਕੋਈ ਇੱਕ ਗੁਣੇ ਜਾਣ ਲੈਂਦੇ ਉਹਦਾ, ਇਹੀ ਮੰਨ ਲੈਂਦੇ ਵੀ ਉਹ ਤਾਂ ਜੰਮਣ ਮਰਨ ਚ ਹੁੰਦਾ ਹੀ ਨਹੀਂ, ਇਸ ਕਰਕੇ ਉਹ ਕੁਦਰਤ ਨਹੀਂ ਹੁੰਦਾ। ਇਹੀ ਗੱਲ ਸਮਝ ਲੈਂਦੇ, ਇੱਕ ਗੁਣ ਦਾ ਅਰਥ ਇੱਕ ਗੱਲ ਸਮਝ ਲਓ ਕੋਈ। ਉਹਨੂੰ ਜਨਮ ਮਰਨ ਕਹਿੰਦੇ ਆ, ਉਹਨੂੰ ਅਜੂਨੀ ਕਹਿੰਦੇ ਆ, ਉਹਨੂੰ ਅਕਾਲ ਮੂਰਤ ਕਹਿੰਦੇ ਆ। ਦਰਖਤ ਦਾ ਜੂਨ ਮੰਨਦੀ ਹੈ ਬਾਣੀ, ਬਾਣੀ ਦਰਖਤ ਨੂੰ ਜੂਨ ਮੰਨਦੀ ਹੈ, ਜੀਵਾਂ ਨੂੰ ਵੀ ਜੂਨ ਮੰਨਦੀ ਹੈ। ਇਹਨਾਂ ਦੇ ਮੁਤਾਬਿਕ ਇਹ ਸਾਰਾ ਰੱਬ ਹੈ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੈਵਰ ਬ੍ਰਿਖ ਹੋ ਗਿਆ ਦਰਖਤ, ਰੁੱਖ, ਬਨਸਪਤੀ। ਇਹਨਾਂ ਚ ਕਹਿੰਦੇ ਜੰਮਿਆ ਮਰਿਆ ਰਿਹਾ ਤੂੰ। ਹੁਣ ਫਿਰ ਮੰਨ ਲਈਏ ਵੀ ਰੱਬ ਜੰਮਿਆ ਮਰਿਆ ਰਿਹਾ ਇਹਨਾਂ ਜੂਨਾਂ ਚ, ਉਹ ਕਹਿੰਦੇ ਇੱਕ ਗੁਣ ਵੀ ਨਹੀਂ ਜਾਣਿਆ। ਤੂੰ ਇਹੀ ਗੱਲ ਮੰਨ ਲੈਂਦਾ ਵੀ ਉਹ ਜਨਮ ਮਰਨ ਚ ਹੁੰਦਾ ਹੀ ਨਹੀਂ, ਆਹੀ ਗੁਣ ਜਾਣ ਲੈਂਦੇ ਸੀ ਉਹਦਾ। ਉਹ ਅਕਾਲ ਮੂਰਤ ਹੈ, ਕਾਲ ਉਹਦੇ ਤੇ ਪ੍ਰਭਾਵ ਪਾ ਹੀ ਨਹੀਂ ਸਕਦਾ। ਆਹ ਕੁਦਰਤ ਤੇ ਤਾਂ ਰੋਜ਼ ਪੈ ਰਿਹਾ। ਸੂਰਜ ਇੱਕ ਉਹਦੀ ਰਚਨਾ, ਸੂਰਜ ਘਟ ਰਿਹਾ ਹੈ। ਤੁਹਾਡੇ ਚ ਜਿਹਨਾਂ ਨੇ ਸਾਇੰਸ ਪੜ੍ਹੀ ਹੈ ਉਹਨਾਂ ਨੂੰ ਪਤਾ ਹੋਏਗਾ, ਸੂਰਜ ਦੀ ਗੈਸ ਹੈ, ਸੂਰਜ ਦੀ ਜਿਹੜੀ ਕਪੈਸਿਟੀ ਹੈ, ਜੋ ਉਹਦੀ ਸ਼ਮਤਾ ਹੈਗੀ, ਉਹ ਘਟ ਰਹੀ ਹੈ। ਔਰ ਕਿੰਨੀ ਘਟ ਰਹੀ ਹੈ? ਇੱਕ ਸੈਕਿੰਡ ਵਿੱਚ, ਇੱਕ ਸੈਕਿੰਡ 40 ਲੱਖ ਟਨ ਗੈਸ ਪਰ ਸੈਕਿੰਡ ਬਰਨ ਹੋ ਰਹੀ ਹੈ। ਸੂਰਜ ਬਰਨ ਹੋ ਰਿਹਾ, ਸੜ ਰਿਹਾ ਹੈ। 40 ਲੱਖ ਟਨ ਸੂਰਜ ਦੀ ਗੈਸ ਇੱਕ ਸਕਿੰਟ ਵਿੱਚ ਨਿਕਲ ਜਾਂਦੀ ਹੈ। ਘਟ ਰਿਹਾ, ਉਹ ਇੱਕ ਦਿਨ ਘਟ ਜਾਏਗਾ। ਘਟੰਤ ਰਵ ਸਸੀਅਰ ਨਖੇਤਰ ਗਗਨੰ, ਬਾਣੀ ਦੀ ਪੰਕਤੀ ਹੈ ਵੀ। ਰਵ ਸਸੀਅਰ, ਸੂਰਜ ਤੇ ਚੰਦਰਮਾ ਘਟ ਰਹੇ ਨੇ, ਕੁਦਰਤ ਘਟ ਰਹੀ ਹੈ। ਤੇ ਜਿਹੜੀ ਕੁਦਰਤ ਦਾ ਤੁਸੀਂ ਰੱਬ ਮੰਨ ਰਹੇ ਹੋ, ਤੁਹਾਡਾ ਰੱਬ ਵੀ ਘਟ ਰਿਹਾ ਹੈ। ਨਖੇਤਰ ਗਗਨੰ, ਨਛੱਤਰ ਤਾਰੇ ਆਕਾਸ਼ ਵੀ ਘਟ ਰਹੇ ਨੇ, ਭਾਵ ਆਪਣੇ ਅੰਤ ਵੱਲ ਜਾ ਰਹੇ ਨੇ। ਇੱਕ ਦਿਨ ਮਰ ਜਾਣਗੇ, ਬਿਨਸ ਜਾਣਗੇ, ਡੈਮੇਜ ਹੋ ਜਾਣਗੇ, ਖਤਮ ਹੋ ਜਾਣਗੇ। ਫਿਰ ਤੁਹਾਡਾ ਰੱਬ ਵੀ ਖਤਮ ਹੋਊਗਾ ਨਾਲ, ਜਿਹਨੂੰ ਤੁਸੀਂ ਕਹਿ ਰਹੇ ਹੋ ਕੁਦਰਤ ਰੱਬ ਹੈ। ਹੁਣ ਕੀ ਮੰਨੀਏ ਵੀ ਗੁਰਬਾਣੀ ਪੜ੍ਹੀ ਨਹੀਂ, ਵਿਚਾਰੀ ਨਹੀਂ, ਸਮਝੀ ਨਹੀਂ, ਜਾਂ ਸਭ ਕੁਝ ਸਮਝ ਵਿੱਚ ਆ ਗਿਆ, ਪਬਲਿਕ ਨੂੰ, ਸੰਗਤ ਨੂੰ ਸਮਝਾਇਆ ਨਹੀਂ, ਜਾਣ ਮੁੱਝ ਕੇ ਗੁੰਮਰਾਹ ਕੀਤਾ ਗਿਆ। ਹਾਂਜੀ ਸਰਬਜੋਤ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਬਸ ਇੰਨੇ ਹੀ ਕਹਿਣਾ ਚਾਹੁੰਦਾ ਵੀ ਜਾਣ ਬੁੱਝ ਕੇ ਗੁੰਮਰਾਹ ਕਰਦੇ ਨੇ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਬੀਰ ਜੀ ਦੀ ਬਾਣੀ ਨਾ ਪੜ੍ਹੀ ਹੋਵੇ ਤੇ ਉਹ ਜਿਹੜੀ ਪੰਕਤੀ ਹੁਣ ਬੋਲੀ ਆ ਵੀ ਉਹ ਇਹਨਾਂ ਦੀ ਸਮਝ ਚ ਨਾ ਆਈ ਹੋਵੇ। ਇਹ ਤਾਂ ਹੋ ਹੀ ਨਹੀਂ ਸਕਦਾ। ਘੱਟੋ ਘੱਟ ਜੇ ਮੇਰੇ ਵਰਗੇ ਨੂੰ ਸਮਝ ਆ ਗਈ ਤਾਂ ਮੇਰੇ ਤੋਂ ਤਾਂ ਢੱਡਰੇ ਵਾਲੇ ਦੀ ਬੁੱਧੀ ਕਈ ਗੁਣਾ ਵੱਧ ਹੋਊਗੀ। ਉਹਨੂੰ ਜੇ ਇੰਨੀ ਗੱਲ ਨਾ ਸਮਝ ਆਈ ਤੇ ਫਿਰ ਤਾਂ ਜਾਣ ਬੁੱਝ ਕੇ ਕਰਦਾ ਵਾ। ਅਸਲ ਚ ਆਪਦੀ ਮੱਤ ਬਣਾਉਂਦਾ, ਆਪ ਗੁਰੂ ਬਣਨਾ ਚਾਹੁੰਦਾ। ਅਸਲ ਚ ਪੀੜਾ ਆਓ ਇੱਥੇ ਚਲੋ ਕੋਈ, ਹੁਣ ਦੇਖੋ ਉਹਦੀ ਤੇ ਉਹ ਜਾਣੇ ਵੀ ਉਹ ਕਰਨਾ ਕੀ ਚਾਹੁੰਦਾ, ਉਹਦੇ ਅੰਦਰ ਕੀ ਚੱਲ ਰਿਹਾ। ਪਰ ਇੰਨਾ ਜ਼ਰੂਰ ਆ ਵੀ ਕਿਤੇ ਨਾ ਕਿਤੇ ਚਲਾਕੀ ਖੇਡੀ ਗਈ ਆ ਕੋਈ। ਵੀ ਇਹ ਨਹੀਂ ਹੈ ਵੀ ਆਪਾਂ ਨੂੰ ਇੰਨੀ ਗੱਲ ਦਾ ਪਤਾ ਨਾ ਹੋਵੇ। ਜਿਹੜਾ ਬੰਦਾ ਗੁਰਮਤਿ ਗਿਆਨ ਦੀ ਗੱਲ ਕਰ ਰਿਹਾ ਹਨਾ, ਬਾਕੀ ਗੁਰੂ ਨੂੰ ਗਿਆਨ ਰੂਪ ਮੰਨ ਰਿਹਾ, ਇਹ ਉਹਦੀ ਚਲੋ ਵੱਡੀ ਗੱਲ ਆ ਵੀ ਉਹਨੇ ਇਸ ਗੱਲ ਨੂੰ ਸਮਝਿਆ। ਤੇ ਉਹਨੂੰ ਇੰਨਾ ਗਿਆਨ ਹੀ ਨਾ ਹੋਇਆ ਹੋਵੇ ਬੰਦੇ ਨੂੰ ਵੀ ਆ ਇੱਥੇ ਕੀ ਗੱਲ ਆ ਰਹੀ ਆ, ਪੰਕਤੀ ਦੇ ਕੀ ਅਰਥ ਨੇ। ਮਤਲਬ ਉਹਨੇ ਕਿਉਂ ਕੀਤਾ ਇਹ ਤਾਂ ਉਹ ਜਾਣਦੇ, ਪਰ ਉਹਨੇ ਕੁਝ ਕੀਤਾ ਜ਼ਰੂਰ ਹੈ, ਕੋਈ ਗੜਬੜ ਜ਼ਰੂਰ ਕੀਤੀ ਹੈ। ਕਿਉਂ ਕੀਤੀ ਹੈ, ਪਿੱਛੇ ਕਾਰਨ ਕੀ ਹੈ? ਕਿਸੇ ਨੇ ਡਰਾਇਆ, ਧਮਕਾਇਆ, ਕਿਸੇ ਨੇ ਕੋਈ ਬਲੈਕਮੇਲ ਕੀਤਾ, ਜਾਂ ਇਹਨੂੰ ਕਿਸੇ ਤਰੀਕੇ ਨਾਲ ਕੁਝ ਹੋ ਰਹੀ ਹੈ ਇਹਦੇ ਨਾਲ ਕੁਝ, ਉਹ ਤਾਂ ਉਹੀ ਜਾਣਦਾ। ਪਰ ਇੱਕ ਗੱਲ ਸਪਸ਼ਟ ਹੋ ਰਹੀ ਹੈ ਵੀ ਵਾਕਈ ਇਹ ਗੱਲਾਂ ਕਿਤੇ ਨਾ ਕਿਤੇ ਜਾਣ ਬੁੱਝ ਕੇ ਗਲਤ ਕੀਤੀਆਂ ਗਈਆਂ। ਇਹ ਗੁਰਬਾਣੀ ਦੇ ਅਰਥਾਂ ਨੂੰ ਅਨਰਥ ਕੀਤੇ ਗਏ। ਪਬਲਿਕ ਨੂੰ ਉਸ ਸੱਚ ਤੋਂ ਤੋੜਨ ਦਾ ਇੱਕ ਯਤਨ ਕੀਤਾ ਗਿਆ। ਬਿਲਕੁਲ ਜੀ, ਨਾਲੇ ਇਹ ਵਿਸ਼ਾ ਤਾਂ ਬਿਲਕੁਲ ਸਪਸ਼ਟ ਸੀਗਾ। ਕਦੇ ਇਹਦੇ ਤੇ ਕੋਈ ਕੰਟਰੋਵਰਸੀ ਹੈ ਨਹੀਂ ਸੀ, ਕਦੇ ਵੀ ਨਹੀਂ ਹੋਈ। ਹਾਂ ਬਿਲਕੁਲ, ਇਹ ਗੱਲ ਬੜੀ ਵਿਚਾਰਨਯੋਗ ਹੈ, ਸਾਰੀ ਸੰਗਤ ਦੇ ਧਿਆਨ 'ਚ ਵੀ ਕਦੇ ਇਹ ਤਾਂ ਕਦੇ ਗੱਲ ਆਈ ਨਹੀਂ ਵੀ ਰੱਬ ਨਹੀਂ ਹੁੰਦਾ ਜਾਂ ਕੁਦਰਤ ਰੱਬ ਹੁੰਦੀ ਹੈ ਜੀ, ਉਹ ਹੈ ਹੀ ਨਹੀਂ ਹੋਰ ਕੋਈ।
ਬਾਣੀ ਤਾਂ ਗੱਲੇ ਉਹਦੀ ਕਰਦੀ ਸੀ ਵੀ ਜਿਹੜਾ ਅੱਜ ਤੱਕ ਪਕੜ 'ਚ ਨਹੀਂ ਆਇਆ, ਜਿਹਨੂੰ ਲੋਕਾਂ ਨੇ ਪੱਥਰਾਂ ਦੀਆਂ ਮੂਰਤੀਆਂ 'ਚ ਕੈਦ ਕਰਤਾ, ਜਿਹਨੂੰ ਲੋਕਾਂ ਨੇ ਪਹਾੜਾਂ 'ਚ ਬਿਠਾਤਾ, ਜਿਹਨੂੰ ਅਸਮਾਨ ਤੇ ਬਿਠਾਤਾ, ਤੁਹਾਡੇ ਤੋਂ ਦੂਰ ਕਰਤਾ, ਅਸੀਂ ਤਾਂ ਗੱਲੇ ਉਹਦੀ ਕਰਨੇ ਆ। ਬਾਣੀ ਤਾਂ ਬਲਕਿ ਗੱਲੇ ਉਹਦੀ ਖੁੱਲ ਕੇ ਕਰ ਰਹੀ ਹੈ। ਬਾਣੀ ਸਪਸ਼ਟ ਕੀਤਾ ਸੀ ਗੁਰੂ ਸਾਹਿਬ ਨੇ ਵੀ ਉਹ ਤਾਂ ਅੰਦਰ ਹੀ ਹੈ, ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਹੈ, ਹਰ ਸਮੇਂ ਹੈ, ਉਹ ਜੰਮਦਾ ਨਹੀਂ, ਮਰਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ, ਸੱਚ ਹੈ, ਵੀ ਉਹਦੇ ਨਾਲ ਜੁੜਨਾ। ਇਹਨਾਂ ਨੇ ਉਸੇ ਨੂੰ ਹੀ ਖਤਮ ਕੀਤਾ। ਇਹ ਧਰੋ ਹੈ, ਗੁਰੂ ਨਾਲ ਧਰੋ ਹੈ, ਗੁਰੂ ਨਾਲ ਉਸ ਗੁਰੂ ਨਾਲ ਧਰੋ ਕੀਤਾ ਇਹਨਾਂ ਨੇ, ਜਿਹੜੇ ਗੁਰੂ ਦਾ ਦਿੱਤਾ ਖਾਂਦਾ ਤੇ ਪਹਿਨਿਆ, ਜਿਹੜੇ ਗੁਰੂ ਦੇ ਦਿੱਤੇ ਤੋਂ ਸਾਰੀਆਂ ਐਸ਼ਾਂ ਕੀਤੀਆਂ। ਇਹ ਤਾਂ ਫਿਰ ਗੁਰੂ ਨਾਲ ਹੋ ਗਿਆ, ਸਭ ਤੋਂ ਵੱਡਾ ਧਰੋ ਹੈ ਗੁਰੂ ਨਾਲ। ਗੁਰੂ ਦੀ ਗੱਲ ਤੋਂ ਹੀ ਮੁਨਕਰ, ਉਸੇ ਨੂੰ ਮੱਥਾ ਟੇਕ ਰਹੇ ਹੋ, ਉਸੇ ਦੇ ਨਾਲ ਪਬਲਿਕ ਜੁੜ ਕੇ ਮੱਥਾ ਟੇਕ ਕੇ ਤੁਹਾਨੂੰ ਲੱਖਾਂ ਰੁਪਏ ਚੜਾਵਾ ਤੁਸੀਂ ਖਾ ਰਹੇ ਹੋ, ਉਸੇ ਗੁਰੂ ਦੀ ਗੱਲ ਤੋਂ ਮੁਨਕਰ ਹੋ ਰਹੇ ਹੋ, ਉਹਨੂੰ ਗਲਤ ਅਰਥ ਦੇ ਰਹੇ ਹੋ। ਬਈ ਇਹ ਤਾਂ ਫਰਾਡ ਹੋ ਗਿਆ ਬੜਾ ਤਕੜਾ। ਤੇ ਧਰਮ ਦੇ ਵਿੱਚ ਸਭ ਤੋਂ ਵੱਡਾ ਅਪਰਾਧ ਹੁੰਦਾ ਗੁਰੂ ਨਾਲ ਧਰੋ ਕਮਾਉਣਾ, ਧੋਖਾ ਕਮਾਉਣਾ। ਅਪਰਾਧ ਮੰਨਿਆ ਬਾਣੀ ਨੇ ਇਹ। ਮਹਾਲੋਭ ਧਰੋ, ਮਹਾਲੋਭ ਧਰੋ ਹੈ ਇਹ, ਛੋਟਾ ਵੀ ਹੈ ਨਹੀਂਗਾ, ਬੜਾ ਵੱਡਾ। ਹੁਣ ਇੱਥੇ ਤੱਕ ਦੇਖੋ, ਆਪਾਂ ਨੂੰ ਸਪਸ਼ਟ ਹੈ, ਆਪਾਂ ਚੀਜ਼ ਨੂੰ ਸਮਝਣ ਦੀ ਲੋੜ ਸੀਗੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਨਹੀਂ ਹੈ, ਕੁਦਰਤ ਦਾ ਅੰਤ ਹੈਗਾ, ਇਹ ਵੀ ਧਿਆਨ ਚ ਰੱਖਿਓ। ਜਿਹੜਾ ਕੁਦਰਤ ਦੇ ਵਿੱਚ ਵਸਿਆ ਨਾ, ਉਹਦਾ ਅੰਤ ਨਹੀਂ ਹੈ, ਕੁਦਰਤ ਦਾ ਅੰਤ ਹੈਗਾ। ਹੋਰ ਕਿਹਾ, ਉੱਥੇ ਪੰਕਤੀ ਆਣੀ ਆ ਅੱਗੇ ਜਾ ਕੇ, ਸੱਚ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਹੁਣ ਦੇਖੋ ਦੋ ਸਪਸ਼ਟ ਹੋ ਗਏ ਨਾ, ਦੋ ਦਿਖ ਰਹੇ ਨੇ ਸਪਸ਼ਟ, ਦੋ ਗੱਲਾਂ। ਸਭ ਤੇਰੀ ਕੁਦਰਤ, ਹੇ ਪ੍ਰਭੂ ਸਾਰੀ ਤੇਰੀ ਕੁਦਰਤ ਹੈ। ਇੱਕ ਤੂੰ ਹੈ, ਇੱਕ ਤੇਰੀ ਕੁਦਰਤ ਹੈ। ਆਪਾਂ ਕਹਿੰਦੇ ਜੀ ਤੁਹਾਡਾ ਘਰ ਬਹੁਤ ਵਧੀਆ ਹੈ, ਇੱਕ ਤੁਸੀਂ ਹੋ, ਇੱਕ ਤੁਹਾਡਾ ਘਰ ਆ, ਦੋ ਹੋ ਗਏ ਨਾ। ਉਸੇ ਤਰ੍ਹਾਂ ਕਿਹਾ ਵੀ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਰ ਇੱਕ ਖੂਬੀ ਦੱਸੀ ਨਾਲ, ਕੀ ਕਹਿੰਦੇ, ਪਾਕੀ ਨਾ ਹੀ ਪਾਕ, ਤੂੰ ਪਾਕ ਹੈ। ਕੁਦਰਤ ਪਾਕ ਨਹੀਂ ਹੈਗੀ, ਕੁਦਰਤ ਮੈਲੀ ਹੋ ਰਹੀ ਹੈ, ਨਦੀਆਂ ਮੈਲੀਆਂ ਹੋ ਰਹੀਆਂ ਨੇ, ਧਰਤੀ ਮੈਲੀ ਹੋ ਰਹੀ ਆ, ਲੱਖਾਂ ਕਰੋੜਾਂ ਟਨ ਗੰਦਗੀ ਧਰਤੀ ਤੇ ਰੋਜ਼ ਪਾ ਰਹੇ ਆ, ਮੈਲਾ ਮੰਨਦੇ ਅਸੀਂ, ਹਵਾ ਮੈਲੀ ਹੈ, ਦੂਸ਼ਿਤ ਹੈ, ਪਾਕ ਨਹੀਂ ਹੈਗੀ, ਪਵਿੱਤਰ ਕਦੇ ਵੀ। ਕੁਦਰਤ ਪਾਕ ਨਹੀਂ ਹੁੰਦੀ, ਤੂੰ ਪਾਕੀ ਨਹੀਂ ਪਾਕ ਹੈ, ਤੂੰ ਕਦੀ ਅਪਵਿੱਤਰ ਨਹੀਂ ਹੁੰਦਾ, ਮੈਲਾ ਨਹੀਂ ਹੁੰਦਾ। ਇਹ ਫਾਰਮੂਲਾ ਤਾਂ ਕੁਦਰਤ ਤੇ ਆ ਕੇ ਇਹ ਵੀ ਫੇਲ ਹੋ ਗਿਆ। ਫਿਰ ਕਿੱਦਾਂ ਰੱਬ ਮੰਨ ਲਈ ਅਸੀਂ? ਅਸੀਂ ਤਾਂ ਇਹ ਮੰਨਦੇ ਵੀ ਪ੍ਰਭੂ ਤੂੰ ਮਹਾਨ ਹੈ, ਤੂੰ ਇਤਨੀ ਵੱਡੀ ਕੁਦਰਤ ਸਾਜੀ ਹੈ। ਵਾਕਈ ਤੇਰੀ ਮਹਾਨਤਾ ਇਸੇ ਗੱਲ ਚ ਵੀ ਆ, ਸਾਡੇ ਤੋਂ ਤਾਂ ਸੂਰਜ ਬਣਨਾ ਨਹੀਂ, ਨਾ ਸਾਡੇ ਤੋਂ ਇੱਕ ਰੁੱਖ ਬਣੇ, ਨਾ ਇੱਕ ਪੌਦਾ ਬਣੇ, ਨਾ ਇੱਕ ਬੀਜ ਬਣੇ, ਨਾ ਮਿੱਟੀ ਬਣੇ, ਨਾ ਪਾਣੀ ਬਣੇ, ਨਾ ਗੈਸਾਂ ਬਣਨ, ਤੂੰ ਬਣਾਈਆਂ ਨੇ। ਇਹਨਾਂ ਨਾਲ ਸਾਡਾ ਜੀਵਨ ਚੱਲਦਾ ਹੈ। ਆਕਾਸ਼ ਦੇ ਵਿੱਚ ਅਸੀਂ ਬੋਲਦੇ ਹਾਂ, ਇੱਕ ਦੂਜੇ ਤੱਕ ਆਵਾਜ਼ ਪਹੁੰਚਦੀ ਹੈ, ਸੁਣ ਰਹੀ ਹੈ। ਸਾਇੰਸ ਨੇ ਅੱਜ ਖੋਜਾਂ ਕੀਤੀਆਂ, ਤੂੰ ਇਹ ਸ਼ਕਤੀ ਪਹਿਲਾਂ ਹੀ ਪਾਈ ਹੋਈ ਹੈ। ਜੇ ਗ੍ਰੈਵਿਟੀ ਨਾ ਹੋਵੇ ਸੰਸਾਰ 'ਚ, ਆ ਜਿਹੜੀ ਸਾਡੀ ਹੁਣ ਆਵਾਜ਼ ਕਿੱਥੋਂ ਕਿੱਥੇ ਕਿਵੇਂ ਜਾਂਦੀ ਹੈ? ਇਹ ਹਵਾ ਨਾਲ ਜਾ ਰਹੀ ਹੈ। ਧਰਤੀ 'ਚ ਗ੍ਰੈਵਿਟੀ ਪਾਈ ਹੈ, ਆਕਾਸ਼ 'ਚ ਹਵਾ ਛੱਡੀ ਹੈ। ਜੇ ਆਕਾਸ਼ 'ਚ ਚੀਜ਼ਾਂ ਨਾ ਹੋਣ, ਧਰਤੀ 'ਚ ਗ੍ਰੈਵਿਟੀ ਨਾ ਹੋਵੇ, ਕੀ ਕਰ ਲਓਗੇ ਤੁਸੀਂ? ਧਰਤੀ 'ਚ ਉਪਜਾਊ ਸ਼ਕਤੀ ਨਾ ਹੋਵੇ, ਅਸੀਂ ਕੀ ਕਰ ਲਾਂਗੇ? ਤੂੰ ਇਹ ਚੀਜ਼ਾਂ ਬਣਾਈਆਂ, ਇਸ ਕਰਕੇ ਤੂੰ ਮਹਾਨ ਹੈ, ਤੇਰਾ ਅੰਤ ਨਹੀਂ ਪਾ ਸਕਦੇ ਅਸੀਂ, ਤੂੰ ਇੰਨਾ ਵੱਡਾ ਹੈ। ਅਸੀਂ ਹੁਣ ਦੇਖੋ ਸਾਧ ਸੰਗਤ ਜੀ, ਬਿਲਕੁਲ ਕਲੀਅਰ ਹੈ। ਦੇਖੋ ਆਪਾਂ ਨੂੰ ਕਲੀਅਰ ਹੈ, ਤੁਹਾਡਾ ਮੈਂ ਨਹੀਂ ਕਹਿ ਸਕਦਾ, ਕਿਸੇ ਦਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਜੇ ਆਪਾਂ ਨੂੰ ਇੱਥੋਂ ਤੱਕ ਦੀ ਵਿਚਾਰ 'ਚ ਗੁਰਬਾਣੀ ਦੇ ਮੁਤਾਬਿਕ ਆਪਾਂ ਨੂੰ ਕੋਈ ਭਰਮ ਹੈ ਜਾਂ ਸਾਨੂੰ ਕੋਈ ਸੰਦੇਹ ਹੈ, ਸਨੇਹ ਹੈ, ਤੁਸੀਂ ਪੁੱਛ ਲਓ, ਵਿਚਾਰ ਲਓ, ਇੱਕ ਦੋ ਦਿਨ ਪੜ੍ਹ ਲਓ, ਸ਼ਬਦ ਪਹਿਲੀ ਵਿਆਖਿਆ ਵੀ ਸੁਣ ਲਿਓ, ਹਨਾ, ਉਹ ਸ਼ਬਦ ਨੂੰ ਪੜ੍ਹ ਲਿਓ, ਵਿਚਾਰ ਲਿਓ, ਤੇ ਵੀ ਗੁਰਬਾਣੀ ਕਿਸ ਐਂਗਲ ਤੋਂ ਗੱਲ ਕਰ ਰਹੀ ਹੈ, ਅਸੀਂ ਕੀ ਸਮਝ ਰਹੇ ਹਾਂ। ਉਹ ਆਪਣੇ ਭਰਮ ਆਪਣੇ ਆਪ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋ ਜਾਣਗੇ। ਮਤਲਬ ਕਿਤੇ ਨਾ ਕਿਤੇ ਪ੍ਰੋਬਲਮ ਆਈ ਹੈ, ਜਾਣ ਬੁੱਝ ਕੇ ਆਈ ਹੈ, ਜਾਂ ਸਮਝ ਨਹੀਂ ਸੀ, ਚਲੋ XYZ ਜੋ ਵੀ ਸੀਗਾ ਉਹ ਉਸ ਬੰਦੇ ਨੂੰ ਹੀ ਪਤਾ ਹੋ ਸਕਦਾ ਹੈ। ਪਰ ਆਪਾਂ ਉਸ ਭਰਮ ਚੋਂ ਨਿਕਲਣਾ ਹੈ, ਕਿਉਂਕਿ ਗੁਰੂ ਸਾਹਿਬ ਨੇ ਭਰਮ ਹੀ ਦੂਰ ਕੀਤਾ ਸਾਡਾ। ਹਮਰਾ ਜਬ ਰਾਮ ਨਾਮ ਚਿੱਤ ਲੱਗਾ, ਹਮਰਾ ਭਰਮ ਗਿਆ ਪਉ ਭਾਗਾ। ਆਹੀ ਹੈ ਰਾਮ ਨਾਮ ਨਾਲ ਚਿੱਤ ਲੱਗਣਾ। ਸਾਨੂੰ ਸੱਚ ਦੀ ਜਦੋਂ ਸੋਝੀ ਹੁੰਦੀ ਹੈ, ਭਰਮ ਹੈ ਸਭ ਤੋਂ ਪਹਿਲਾਂ ਦੂਰ ਹੁੰਦਾ ਹੈ। ਭਰਮ ਦਾ ਅਰਥ ਹੁੰਦਾ ਅਗਿਆਨਤਾ, ਦੁਵਿਧਾ, ਜਿਹੜੀ ਸਾਡੇ ਮਨ ਦੇ ਵਿੱਚ ਬਣੀ ਹੋਈ ਹੈ, ਬਣਦੀ ਹੈ, ਹੁੰਦੀ ਹੈ। ਉਹ ਰਾਮ ਨਾਮ ਨਾਲ ਜਦੋਂ ਚਿੱਤ ਲੱਗਦਾ ਨਾ, ਚਿੱਤ ਵਿੱਚ ਰਾਮ ਦਾ ਨਾਮ, ਸੱਚ ਦਾ ਗਿਆਨ ਆਉਂਦਾ ਹੈ, ਉਦੋਂ ਭਰਮ ਦੂਰ ਹੁੰਦਾ ਸਾਡਾ। ਤੋ ਹੋਣਾ ਚਾਹੀਦਾ ਹੈ, ਕਿਉਂਕਿ ਗੁਰਮਤਿ ਕਰਦੀ ਹੈ, ਰੋਸ਼ਨੀ ਹੋਈ ਹੈ, ਤੇ ਹਨੇਰਾ ਦੂਰ ਹੋਣਾ ਵੀ ਚਾਹੀਦਾ ਹੈ। ਤੋ ਆਪਾਂ ਇੱਥੇ ਤੱਕ ਮੈਂ ਹੁਣ ਬੇਨਤੀ ਕਰਦਾ, ਹੁਣ ਇਹ ਤੋਂ ਬਾਅਦ ਤੁਸੀਂ ਸੰਗਤ ਨੂੰ, ਤੇ ਇੱਥੋਂ ਤੱਕ ਦੀ ਵਿਚਾਰ 'ਚ ਹੁਣ ਜੇ ਕੋਈ ਤੁਹਾਡਾ ਸਵਾਲ ਜਾਂ ਸੁਝਾਅ ਹੈਗਾ, ਉਹ ਤੁਸੀਂ ਹੁਣ ਜ਼ਰੂਰ ਸਾਂਝਾ ਕਰੋ। ਧੰਨਵਾਦ ਸਾਰਿਆਂ ਦਾ। ਹਾਂਜੀ ਭਾਈ ਸਾਹਿਬ ਜੀ, ਇੱਕ ਮੇਰੀ
ਇੱਕ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਜੀ ਹਾਂਜੀ ਵੀ ਜਦੋਂ ਆਪਾਂ ਗੁਰਮਤ ਨੂੰ ਕਿਸੇ ਹੋਰ ਮੱਤਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਨਾ ਜੀ, ਹੂੰ ਤਾਂ ਉਹਦੇ 'ਚ ਬਹੁਤ ਵੱਡਾ ਨਾ ਇੱਕ ਭੁਲੇਖਾ ਖੜਾ ਹੋ ਜਾਂਦਾ, ਕਿਉਂਕਿ ਬਾਕੀ ਮੱਤਾਂ ਤਾਂ ਮਨ ਮੱਤਾਂ ਨੇ, ਇਹ ਗੁਰਮਤ ਹੈ। ਤਾਂ ਆਪਾਂ ਸ਼ਾਇਦ ਉਹਨਾਂ ਦੀ ਇਹੀ ਪ੍ਰੋਬਲਮ ਆ ਵੀ ਉਹ ਕਿਤੇ ਨਾ ਕਿਤੇ ਦੂਜੀਆਂ ਮੱਤਾਂ ਰਾਹੀਂ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਹਾਂ ਢੱਡਰੀਆਂ ਵਾਲਾ, ਹਾਂ ਹਾਂ ਬਿਲਕੁਲ ਪਰ ਬਿਲਕੁਲ। ਇਹ ਬੇਈਮਾਨੀ ਵੀ ਕਰ ਰਿਹਾ। ਹੂੰ ਚਲੋ ਸੋ ਉਹੀ ਆ ਵੀ ਦੂਜੀਆਂ ਮੱਤਾਂ ਬੇਈਮਾਨੀ ਤਾਂ ਹੁਣ ਆਪਾਂ ਨੂੰ ਹਾਂਜੀ ਪਤਾ ਨਹੀਂ ਉਹ ਕੀ ਕਰ ਰਿਹਾ, ਕਿੰਨੀ ਕਰ ਰਿਹਾ, ਕਿਉਂ ਕਰ ਰਿਹਾ ਜਾਂ ਨਹੀਂ ਕਰ ਰਿਹਾ, ਪਰ ਉਹ ਉਹੀ ਹੈ ਨਾ ਵੀ ਗੁਰਬਾਣੀ ਹੁਣ ਦੇਖੋ ਇੰਨੀ ਉੱਤਮ ਹੈ। ਹਮਾਰਾ ਠਾਕੁਰ ਸਭ ਤੇ ਉੱਚਾ, ਉਸ ਉੱਚੇ ਠਾਕੁਰ ਨੂੰ ਅਸੀਂ ਜੇ ਨੀਵੇਂ ਨਾਲ ਕੰਪੈਰੀਜ਼ਨ ਕਰਾਂਗੇ ਪੱਲੇ ਪੈਣੀ ਨਹੀਂ ਗੱਲ, ਪਤਾ ਉਲਝਾਂਗੇ। ਉੱਚੇ ਨੂੰ ਬਿਲਕੁਲ ਜੀ ਉੱਚੇ ਦੀ, ਬਿਲਕੁਲ। ਹੁਣ ਉਹਦੇ ਵਰਗਾ ਹੋਰ ਤਾਂ ਹੈ ਨਹੀਂ। ਕੀ ਹੈ? ਗੁਰੂ ਵਰਗਾ ਤੇ ਗੁਰੂ ਹੈ, ਗੁਰਬਾਣੀ ਵਰਗੀ ਤੇ ਗੁਰਬਾਣੀ ਹੈ। ਗੁਰਬਾਣੀ ਨੇ ਗੁਰਬਾਣੀ ਚੋਂ ਹੀ ਖੁੱਲਣਾ ਸੀ, ਹਾਂਜੀ ਗੁਰਬਾਣੀ ਨੂੰ ਗੁਰਬਾਣੀ ਚੋਂ ਹੀ ਸਮਝਣਾ ਸੀ, ਫਿਰ ਤਾਂ ਸ਼ਾਇਦ ਇਹ ਭਰਮ ਨਾ ਪੈਦਾ ਹੁੰਦੇ, ਤੌਖਲੇ ਖੜੇ ਹੁੰਦੇ। ਉਹੀ ਹੈ ਵੀ ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਬਾਹਰੋਂ ਕਰਨ ਲੱਗ ਜਾਂਦੇ ਹਾਂ, ਫਿਰ ਇਹ ਪ੍ਰੋਬਲਮ ਆਉਂਦੀ ਹੈ ਸਾਨੂੰ, ਹਾਂਜੀ ਫਿਰ ਨਹੀਂ ਇੱਕ ਸਮੱਸਿਆ ਖੜੀ ਹੁੰਦੀ ਜੀ ਹੈ। ਸਿੱਖ, ਹਾਂਜੀ ਇੱਕ ਸਿੱਖ ਸੰਗਤ ਦੀ ਹੋਰ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਇਹ ਪ੍ਰੋਬਲਮ ਕਿਤੇ ਨਾ ਕਿਤੇ ਮੈਨੂੰ ਵੀ ਰਹੀ ਆ 3-4 ਸਾਲ ਪਹਿਲਾਂ। ਹੂੰ ਤਾਂ ਮੈਂ ਇਹ ਬਿਲਕੁਲ ਸੰਗਤ ਦੀ ਪ੍ਰੋਬਲਮ ਨੂੰ ਨੇੜਿਓਂ ਦੇਖਿਆ ਤੇ ਮੈਂ ਸਮਝ ਵੀ ਸਕਦਾ ਵਾਂ ਕਿ ਕਈ ਵਾਰੀ ਕੋਈ ਵੀ ਜਦੋਂ ਹੋਰ ਮੱਤ ਵਾਲਾ ਸਾਡੇ ਗੁਰੂਆਂ ਦੀ ਗੱਲ ਕਰਦਾ ਵਾ, ਹੂੰ ਜਿਵੇਂ ਰਜਨੀਸ਼ ਓਸ਼ੋ ਨੇ ਜਪਜੀ ਸਾਹਿਬ ਤੇ ਰਿਕਾਰਡਿੰਗਸ ਕੀਤੀਆਂ ਹਨਾ, ਉਹਦੀ ਕਿਤਾਬ ਵੀ ਆ ਬਹੁਤ ਵੱਡੀ, ਇੱਕ ਓਂਕਾਰ ਸਤਨਾਮ। ਹਾਂ 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 ਤਾਂ ਉਹ ਤਾਂ ਤੁਸੀਂ ਪੜ੍ਹ ਕੇ ਦੇਖ ਲਓ, ਬਿਲਕੁਲ ਵੀ ਗੁਰਮਤ ਤੋਂ ਉਲਟੀ ਗੱਲ ਕਰ ਰਿਹਾ, ਨਾਲੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਦੀ ਆਪਣੀ ਵਿਆਖਿਆ ਵੀ ਕਰ ਰਿਹਾ ਵਾ, ਅਤੇ ਉਹੀ ਬੰਦਾ ਸੇਮ ਉਹੀ ਕਹਿ ਰਿਹਾ ਵਾ ਵੀ ਮਨ ਨੂੰ ਖੁੱਲਾ ਛੱਡੋ ਤੇ ਮਨ ਖੁੱਲੇ ਛੱਡਣ ਨਾਲ ਸਾਰਾ ਕੁਝ ਹੋਊਗਾ। ਉਹ ਇੱਕ ਤਰ੍ਹਾਂ ਨਾਲ ਵਾਮ ਮਾਰਗ ਤੋਂ ਪ੍ਰਭਾਵਿਤ ਆ। ਤਾਂ ਹੂੰ ਜਦੋਂ ਅਸੀਂ ਐਸੇ ਬੰਦਿਆਂ ਨੂੰ ਅੱਜ ਸਾਡੇ ਸਿੱਖ ਵੀ ਦੂਜਾ ਨਾਨਕ ਕਹੀ ਜਾਂਦੇ ਨੇ, ਢੱਡਰੀਆਂ ਵਾਲੇ ਨੂੰ ਇਹਦੇ ਜੋ ਸੁਣਨ ਵਾਲੇ ਨੇ ਇਹ ਵੀ ਦੂਜਾ ਨਾਨਕ ਆ ਗਿਆ ਕਹੀ ਜਾਂਦੇ ਨੇ। ਸੋ ਇਹ ਕਿਤੇ ਨਾ ਕਿਤੇ ਜਦੋਂ ਆਪਾਂ ਬੰਦਿਆਂ ਮਗਰ ਲੱਗ ਜਾਂਦੇ ਆ ਨਾ, ਉੱਥੇ ਪ੍ਰੋਬਲਮ ਸਟਾਰਟ ਹੁੰਦੀ ਆ। ਆਪਾਂ ਗੁਰਬਾਣੀ ਨੂੰ ਗੁਰਬਾਣੀ ਚੋਂ ਹੀ ਸਮਝਣ ਦੀ ਯਤਨ ਕਰੀਏ ਤਾਂ ਬਹੁਤ ਵਧੀਆ ਰਹਿੰਦਾ, ਸਾਡਾ ਬਿਲਕੁਲ ਜੀਵਨ ਵੀ ਸਫਲਾ। ਇਹੀ ਸਮੱਸਿਆ ਇਹ ਆਣੀ ਆ, ਜਿਹੜਾ ਬੰਦਾ ਬਾਣੀ ਚੋਂ ਬਾਹਰ ਜਾਊਗਾ ਉਹਨੂੰ ਪ੍ਰੋਬਲਮ ਆ ਜਾਣੀ ਹੈ ਨਾਲ ਦੀ ਨਾਲ। ਜੀ ਦੇਖੋ ਇਹਨੂੰ ਸਾਫ਼ ਆਪਾਂ ਇਹ ਮੰਨ ਲਈ ਵੀ ਜਦੋਂ ਅਸੀਂ ਆਪਣਾ ਘਰ ਛੱਡ ਕੇ ਦੂਜੇ ਪਾਸੇ ਗਏ ਭਟਕ ਗਏ, ਆਪਣਾ ਘਰ ਜੀ ਨਹੀਂ ਛੱਡੀਦਾ ਹੁੰਦਾ ਕਦੇ ਵੀ, ਕਿਉਂਕਿ ਘਰ ਤਾਂ ਬਿਲਕੁਲ ਤੇਰਾ ਸਭ ਕੁਛ ਹੈ। ਸਾਨੂੰ ਤਾਂ ਇਹ ਕਹਤਾ ਨਾ, ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਹਦੇ ਸਾਡੇ ਘਰ 'ਚ ਸਾਰਾ ਕੁਛ ਪਿਆ ਤੇ ਅਸੀਂ ਬਾਹਰ ਕੀ ਜੀ ਲੈਣ ਗਏ ਆ? ਬਿਲਕੁਲ ਹੁਣ ਸਾਨੂੰ ਪਤਾ ਨਹੀਂ ਹੈ, ਗੱਲ ਵੱਖਰੀ ਹੈ। ਮੇਰੇ ਘਰ 'ਚ ਹਾਂਜੀ ਖਜ਼ਾਨਾ ਪਿਆ, ਮੈਨੂੰ ਨਹੀਂ ਪਤਾ ਤਾਂ ਗਲਤੀ ਮੇਰੀ ਹੈ ਨਾ, ਪਰ ਜੀ ਪਿਆ ਜੀ ਤਾਂ ਘਰ 'ਚ ਹੀ ਹੈ ਨਾ। ਮੈਂ ਹਾਂਜੀ ਬਾਹਰ ਮੰਗਤਾ ਬਣ ਕੇ ਫਿਰ ਰਿਹਾ, ਤਾਂ ਮੈਨੂੰ ਹੀ ਮੂਰਖ ਕਹਿਣਾ ਲੋਕਾਂ ਨੇ। ਬਿਲਕੁਲ ਤੋ ਕੁਦਰਤ, ਮੈਂ ਫੇਰ ਬੇਨਤੀ ਕਰ ਰਿਹਾ, ਇਸ ਪੱਖੋਂ ਅਸੀਂ ਕੁਦਰਤ ਦੀ ਵਡਿਆਈ ਕਰਦੇ ਹਾਂ ਵੀ ਇੱਕ ਤੇ ਪਰਮੇਸ਼ਰ ਦੀ ਸਾਜੀ ਹੋਈ ਹੈ, ਉਹਦੀ ਹਾਂਜੀ ਰਚਨਾ ਹੈ, ਹਾਂ ਉਹਨੇ ਇਹ ਵੀ ਬੜੀ ਵਿਚਿੱਤਰ ਹੈ, ਬੜੀ ਕੁਦਰਤ ਦੀ। ਕੁਦਰਤ ਏਡੀ ਵੱਡੀ ਸਾਜਣੀ ਕੋਈ ਛੋਟੀ ਗੱਲ ਤਾਂ ਹੈ ਨਹੀਂ। ਨਾ ਸੂਰਜ ਜੀ ਬਣਾਉਣਾ, ਇੰਨੇ ਸਾਲਾਂ ਤੋਂ ਇੱਕੋ ਹੀ ਸੂਰਜ ਨਹੀਂ ਮੁੱਕਿਆ, ਧਰਤੀ 'ਚ ਉਪਜਾਊ ਸ਼ਕਤੀ ਪਾਤੀ, ਮਿੱਟੀ ਜਨਮ ਦੇ ਰਹੀ ਹੈ, ਮਿੱਟੀ ਪੈਦਾ ਕਰ ਰਹੀ ਹੈ, ਮਿੱਟੀ 'ਚ ਸਾਰਾ ਕੁਝ ਮਿਲ ਕੇ ਮਿੱਟੀ ਹੋ ਜਾਂਦਾ ਹੈ। ਮਿੱਟੀ 'ਚ ਗੰਦਗੀ ਪੈ ਰਹੀ ਹੈ, ਬਿਲਕੁਲ ਫਿਰ ਵੀ ਵਿਚਾਰੀ ਸਾਰਾ ਕੁਝ ਝੱਲੀ ਜਾਂਦੀ ਹੈ। ਪਾਣੀ ਜੀਵਨ ਦੇ ਰਿਹਾ ਹੈ, ਪਾਣੀ ਉੱਪਰ ਉੱਡ ਜਾਂਦਾ, ਉੱਪਰੋਂ ਬੱਦਲ ਬਣ ਕੇ ਬਰਸਦਾ। ਇਹ ਸਿਸਟਮ ਸਾਰਾ ਇੱਕ ਐਸਾ ਕਾਨੂੰਨ, ਕੈਸੀ ਖੇਡ ਹੈ ਉਹਦੀ ਅਚਰਜਤਾ, ਹਨਾ। ਅਸਮਾਨ 'ਚ ਤਾਰੇ ਨੇ, ਦਿਖ ਰਹੇ ਨੇ, ਟਿਮਟਮਾਉਂਦੇ ਨੇ, ਕਿੱਥੇ ਤੱਕ ਕੋਟ ਬ੍ਰਹਿਮੰਡ ਸਾਜੇ ਨੇ। ਇਸ ਪੱਖੋਂ ਉਹਦੀ ਵਡਿਆਈ ਹੈ ਕਰਤੇ ਦੀ, ਵੀ ਤੂੰ ਇੰਨਾ ਕੁਝ ਬਣਾਤਾ, ਐਸੀਆਂ ਅਚਰਜ ਖੇਡਾਂ ਬਣਾਈਆਂ, ਤੇਰੇ ਕੌਤਕ ਨੇ, ਤੇਰੀ ਕਲਾ ਹੈ, ਤੂੰ ਸਰਬ ਕਲਾ ਕਾ ਗਿਆਤਾ ਹੈ। ਵੀ ਅਸੀਂ ਤੇ ਬਿਸਮਾਦ ਆ, ਹੈਰਾਨ ਆ ਵੀ ਪ੍ਰਭੂ ਵੀ ਬਸ ਬਲਿਹਾਰ ਜਾਂਦੇ ਆ, ਬਸ ਤੂੰ ਸਾਡੇ ਤੇ ਕਿਰਪਾ ਹੀ ਕਰ। ਪਰ ਹਾਂਜੀ ਵੀ ਹੁਣ ਮੰਨ ਲਈ ਵੀ ਇਹੀ ਤੂੰ ਹੈ, ਵੀ ਠੀਕ ਹੈ ਇਹਨੂੰ ਰੱਬ ਮੰਨ ਲਓ ਜੀ। ਜਿਵੇਂ ਹਿੰਦੂ ਨੇ ਕਹਤਾ ਵੀ ਚਲੋ ਪੱਥਰੇ ਰੱਬ ਮੰਨ ਲਓ, ਵੀ ਭਗਵਾਨ ਤਾਂ ਸਮਝ ਨਹੀਂ ਆਇਆ, ਵੀ ਇਹਨੂੰ ਹੀ ਮੰਨ ਲੈਂਦੇ ਆ। ਮੈਨੂੰ ਲੱਗਦਾ ਵੀ ਇਹ ਬਾਹਮਣਵਾਦ ਹੈ, ਹਿੰਦੂ ਮਤ ਇਹੀ ਹੈ। ਜੀ ਇਹ ਅਨਮਤ ਦਾ ਮਨਮਤ ਦਾ ਹੀ ਪ੍ਰਚਾਰ ਕਰ ਰਹੇ ਨੇ ਵੀ ਤੁਸੀਂ ਇਹਨੂੰ ਮੰਨ ਲਓ, ਉਹਦੀ ਸਮਝ 'ਚ ਨਹੀਂ ਆਇਆ ਨਾ ਤੁਹਾਡੀ ਆਇਆ। ਪਰ ਤੁਹਾਡੇ ਨਾਲ ਇੱਕ ਪੱਖ ਅੱਗੇ ਨਿਕਲ ਗਿਆ, ਉਹਨੇ ਉੱਥੇ ਇਮਾਨਦਾਰੀ ਦਿਖਾਤੀ ਪੱਥਰ ਤੇ, ਉਹ ਪੱਥਰ ਦੀ ਪੂਜਾ ਕਰ ਰਿਹਾ। ਜਿਹਨੇ ਰੱਬ ਕਿਹਾ ਤਾਂ ਰੱਬ ਮੰਨਿਆ, ਉਹਨੇ ਮਿਲਿਆ ਕੁਝ ਨਹੀਂ ਹਾਂਜੀ ਮਿਲਿਆ ਹਾਂ ਚੱਲ ਛੱਡ ਦੋ, ਪਰ ਉਹ ਮੰਨਦੇ, ਉਹਦਾ ਸਸਪੈਕਟ ਕਰ ਰਿਹਾ, ਸਤਿਕਾਰ ਤੁਸੀਂ ਨਹੀਂ ਕਰਦੇ, ਤੁਸੀਂ ਨਹੀਂ ਕਰ ਰਹੇ ਹੈਗੇ, ਤੁਸੀਂ ਉੱਥੋਂ ਵੀ ਝੂਠੇ ਪੈ ਰਹੇ ਹੋ। ਹਾਂਜੀ, ਹੋਰ ਸੰਗਤ ਨੂੰ ਪੁੱਛੋ, ਕੋਈ ਬਿਲਕੁਲ ਹੋਰ ਸੰਗਤ ਜੀ ਕੋਈ ਵਿਚਾਰ ਦਿਓ, ਜਾਂ ਕਿਸੇ ਨੇ ਹੋਰ ਕੋਈ ਆਪਣਾ ਸੁਝਾਅ, ਕੋਈ ਸ਼ੰਕਾ ਕਲੀਅਰ ਕਰਨਾ, ਕਰੋ ਜਰੂਰ, ਬੇਨਤੀ ਮੰਨਿਆ।
ਵਾਹਿਗੁਰੂ ਜੀ ਕੋਈ ਕਾ ਨਹੀਂ, ਬਾਕੀ ਬਿਲਕੁਲ ਹਾਂਜੀ ਖਾਲਸਾ, ਭੈਣ ਜੀ ਆਓ, ਭੈਣ ਜੀ ਪਰਮਜੀਤ ਵਾਹਿਗੁਰੂ ਕੌਰ ਜੀ ਜੀ ਕੀ ਆਜੋ ਜੀ ਆਇਆਂ ਨੂੰ, ਅੱਜ ਵਾਹਿਗੁਰੂ ਤਾਂ ਜੀ ਹੋ ਕਾ ਗਿਆ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਾਂਜੀ ਤਾਂ ਹੋ ਗਿਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ। ਵਾਹ ਵਾਹ, ਹਾਂ ਅੱਜ ਤਾਂ ਉਹ ਹੋ ਗਿਆ ਵੀ ਕੁਦਰਤ, ਅਸੀਂ ਵੀ ਕੁਦਰਤ ਚ ਆਉਂਦੇ ਆ। ਆਪਾਂ ਆਪਣੇ ਅੰਦਰ ਲਾ ਆਫ ਨੇਚਰ ਸੱਚ ਹੈ ਜਿਹੜਾ ਸਾਰਾ ਕੁਝ ਚਲਾ ਰਿਹਾ। ਜੇ ਆਪਾਂ ਜਿੱਦਾਂ ਹੁਣ ਤੁਸੀਂ ਵਾਰਤਾਲਾਪ ਕਰਦੇ, ਜਿੱਦਾਂ ਆਪਾਂ ਹੁਣ ਉਸ ਨੂੰ ਸਿੱਧਾ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਤਾਂ ਜਵਾਬ ਦੇਣਾ ਪੈਣਾ ਸੀ। ਉਸ ਗਲਤ ਆਨਸਰ ਜਿਹੜੇ ਉਹਨਾਂ ਨੇ ਕੁਐਸਚਨ ਕੀਤੇ ਉਹਨਾਂ ਦੇ ਲਈ ਕੋਈ ਤਾਂ ਕੋਈ ਉੱਠਿਆ ਹਨਾ। ਹਾਂਜੀ ਹਾਂਜੀ ਕੁਦਰਤ ਨੂੰ ਸਮਝਣਾ ਅਸੀਂ ਸਾਰੇ ਕੁਦਰਤ ਵਿੱਚ ਆਉਂਦੇ ਆ। ਆਪਣੇ ਆਪ ਨੂੰ ਅਸੀਂ ਰੱਬ ਨਹੀਂ ਕਹਿ ਸਕਦੇ। ਸਾਡੇ ਅੰਦਰ ਜਿਹੜਾ ਲਾ ਆਫ ਨੇਚਰ ਆ ਉਹਨੂੰ ਅਸੀਂ, ਗੁਰੂ ਨਾਨਕ ਦੇਵ ਜੀ ਨੇ ਇਹੀ ਕਿਹਾ ਕਿ ਉਹ ਅਜੂਨੀ ਆ। ਅਸੀਂ ਤਾਂ ਜੂਨਾਂ ਚ ਆ। ਹਾਂ ਅਸੀਂ ਬਿਲਕੁਲ। ਤਾਂ ਰੋਜ਼ ਮਰਦੇ ਜਾਂਦੇ ਆ, ਰੋਜ਼ ਹੀ ਮਰਦੇ ਜਾਂਦੇ ਆ। ਹੂੰ ਉਹ ਅਕਾਲ ਮੂਰਤ ਆ। ਅਸੀਂ ਉੱਥੇ, ਫਿਰ ਇਹਦਾ ਮਤਲਬ ਅਸੀਂ ਉੱਥੇ ਸਮਝਣ ਚ ਘਾਟਾ ਕਰ ਗਏ, ਬਹੁਤ ਘੱਟ ਗਏ ਥੱਲੇ। ਬਿਲਕੁਲ ਇਹੀ ਗੱਲ ਆਪਾਂ ਕਰ ਅਸੀਂ ਰਹੇ ਹਾਂ, ਬਿਲਕੁਲ ਸਹੀ ਪਕੜੀ। ਹਾਂਜੀ, ਮੂਲ ਮੰਤਰ ਨੂੰ ਪੜ੍ਹਦੇ ਆ ਪਰ ਮੂਲ ਮੰਤਰ ਅਸੀਂ ਸਮਝਿਆ ਨਹੀਂ। ਅਸੀਂ ਸਾਰਾ ਕੁਝ ਇਕੱਠਾ ਕਰ ਦਿੱਤਾ। ਹਾਂਜੀ, ਮੈਨੂੰ ਤਾਂ ਇਹ ਸਮਝ ਆਉਂਦੀ ਆ ਕਿ ਜਿਹੜੀ ਕੁਦਰਤ ਆ ਡਿਫਰੈਂਟ ਆ, ਤਾਂ ਪਰਮਾਤਮਾ ਸਾਡੇ ਅੰਦਰ, ਅਸੀਂ ਸੱਚ ਨੂੰ, ਗੁਰੂ ਜੀ ਨੇ ਇਹੀ ਦੱਸਿਆ ਕਿ ਸੱਚ ਨੂੰ ਸਮਝਣਾ ਗੁਰਮਤਿ ਦੇ ਥਰੂ। ਜਿੱਦਾਂ ਹੁਣ ਸਰਜੋਤ ਹੁਣ ਸਿੰਘ ਹੁਣਾਂ ਨੇ ਵੀ ਕੱਢੀਆਂ, ਤੁਸੀਂ ਵੀ ਕੱਢਿਆ, ਪਰਮਜੀਤ ਵੀਰ ਜੀ ਹੁਣਾਂ ਨੇ ਵੀ ਬਹੁਤ ਸੋਹਣੀ ਵਾਰਤਾਲਾਪ ਕੀਤੀ। ਪਰ ਸੱਚ ਲਈ ਸਾਨੂੰ ਡਰਨਾ ਨਹੀਂ ਚਾਹੀਦਾ। ਨਿਰਭਉ, ਵਾਹ, ਨਿਰਭਉ ਹੋਣਾ ਚਾਹੀਦਾ। ਜੇ ਆਪਾਂ ਗੱਲ ਸੱਚ ਦੇ ਗੁਰਬਾਣੀ ਗੁਰਮਤਿ ਦੇ ਆਧਾਰ ਤੇ ਕਰਦੇ ਹਾਂ, ਫਿਰ ਨਿਰਭਉ ਹੋਣਾ ਚਾਹੀਦਾ। ਫਿਰ ਡਰ ਉਹਨਾਂ ਨੂੰ ਚਾਹੀਦਾ ਜਿਹੜਾ ਗਲਤ ਇਨਫੋਰਮੇਸ਼ਨ ਦੇ ਰਿਹਾ ਹੈ। ਬਿਲਕੁਲ। ਇਹ ਤੋਂ ਬਹੁਤਿਆਂ ਨੇ ਜਾਗਰਤ ਹੋਣਾ। ਹਾਂਜੀ, ਜਿਹੜੀ ਅੱਜ ਦੀ ਕਥਾ ਸੁਣੀ ਆ, ਪਹਿਲੀ ਤਾਂ ਅਸੀਂ ਸੁਣੀ, ਜਿਹੜੀ ਅੱਜ ਦੀ ਕੁਦਰਤ ਬਾਰੇ ਸੁਣੀ ਹੈ, ਤੇ ਬਹੁਤਿਆਂ ਨੇ ਜਾਗਰਤ ਹੋਣਾ। ਗੁਰੂ ਜੀ ਨੇ ਵੀ ਬੇਧੜਕ ਹੋ ਕੇ ਸਾਰਾ ਇਹ ਕੁਛ ਕੀਤਾ। ਜਦੋਂ ਆਰਤੀ ਵੀ ਉਤਾਰਦੇ ਸੀ ਉੱਥੇ ਵੀ ਗੁਰੂ ਜੀ ਖੜੇ ਹੋਏ ਆ। ਹਰ ਜਗ੍ਹਾ ਤੇ ਉਹਨਾਂ ਨੇ ਸਟੈਂਡ ਲਿਆ। ਫਿਰ ਅਸੀਂ ਤਾਂ ਉਹਦੇ ਬੱਚੇ ਆ, ਛੋਟੇ ਮੋਟੇ, ਜਿੱਦਾਂ ਦੀ ਵੀ ਸੂਝ ਆ, ਅਸੀਂ ਵੀ ਕਾਢਣਾ ਤਾਂ ਚਾਹੀਦਾ। ਹਾਂਜੀ, ਥੈਂਕ ਯੂ ਜੀ, ਬਸ ਕਿਆ ਇਹੀ ਆ। ਬਾਤ ਹੈ। ਬਿਲਕੁਲ ਹਾਂਜੀ, ਆਹ ਪੰਕਤੀ ਤੁਸੀਂ ਬੋਲੀ ਸੀ ਬੜੀ ਵਧੀਆ। ਸੋ ਡਰਿਆ ਜੇ ਪਾਪ ਕਮਾਵਦਾ ਧਰਮੀ ਵਿਗਸੇਤ, ਬਾਣੀ ਦੀ ਪੰਕਤੀ ਹੈ ਜਿਹੜੀ ਭੈਣ ਜੀ ਤੁਸੀਂ ਗੱਲ ਕਰਕੇ ਬਹੁਤ ਸੋਹਣਾ ਤੁਸੀਂ ਉਹ ਦਿੱਤਾ ਹਵਾਲਾ। ਵੀ ਡਰੂਗਾ ਉਹ ਜਿਹੜਾ ਪਾਪ ਕਮਾਊਗਾ। ਅਸੀਂ ਕਿਹੜਾ ਪਾਪ ਕਮਾ ਰਹੇ ਹਾਂ ਜੀ? ਮਾੜਾ ਕੰਮ ਕਰਨ ਵਾਲੇ ਨੂੰ ਡਰ ਹੁੰਦਾ, ਚੋਰ ਨੂੰ ਡਰ ਹੈ, ਸਾਧ ਨੂੰ ਕਾਹਦਾ ਡਰ ਹੈ? ਤੋ ਗੁਰਬਾਣੀ ਦਾ ਸੱਚ ਹੈ ਨਾਲੇ, ਹਨਾ, ਗੁਰਬਾਣੀ ਦਾ ਸੱਚ ਤੇ ਤਕਰੀਬਨ ਖੁੱਲ ਕੇ ਬੋਲਣਾ ਚਾਹੀਦਾ। ਕਹਿੰਦੇ ਕਹਾਵਤ ਇੱਕ ਪੰਜਾਬ ਦੀ, ਕਹਿੰਦੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ। ਜੇ ਸੱਚ ਆ ਫੇਰ ਨਹੀਂ ਉਹ ਕਰੀਦਾ ਹੁੰਦਾ। ਹਾਂ, ਝੂਠੇ ਨੂੰ ਝੂਠਾ, ਜੇ ਕੋਈ ਬੋਲਿਆ ਸੱਚ ਕੂੜਾ ਜਲ ਜਾਵੇ। ਜੇ ਉਹ ਕੂੜੇ ਹੋਣਗੇ, ਝੂਠ ਹੋਊਗਾ ਉਹਨਾਂ ਦੇ ਅੰਦਰ, ਉਹਨਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਊਗੀ, ਤਾਂ ਸਪਸ਼ਟ ਹੈ ਵੀ ਝੂਠ ਨੇ ਸੱਚ ਸੁਣ ਕੇ ਜਿਹੜੇ ਮੱਚ ਗਏ। ਪਰ ਜਿਹੜਾ ਸਚਿਆਰ ਹੋਊਗਾ, ਸਚਿਆਰ ਦੀ ਇੱਛਾ ਵਾਲਾ ਹੋਊਗਾ, ਉਹ ਖੁਸ਼ ਹੋਊਗਾ ਗੱਲ ਸੁਣ ਕੇ ਵੀ ਗੱਲ ਸਹੀ ਆ, ਗੁਰਬਾਣੀ ਚ ਪੁਸ਼ਟੀ ਹੋ ਰਹੀ ਆ। ਮੈਂ ਤਾਂ ਬਾਰ-ਬਾਰ ਬਹੁਤ ਵਾਰ ਬੇਨਤੀ ਕਰਦਾ ਵੀ ਮੇਰੀ ਵਿਚਾਰ ਨਹੀਂ ਹੈਗੀ, ਇਹ ਗੁਰਬਾਣੀ ਦੀ ਵਿਚਾਰ ਹੈ, ਗੁਰਮਤਿ ਦੀ। ਮੇਰੀ ਹੋਗੀ, ਮੇਰੀ ਵਿਚਾਰ ਤਾਂ ਗਲਤ ਹੋ ਸਕਦੀ ਹੈ, ਗੁਰਬਾਣੀ ਦੀ ਗਲਤ ਨਹੀਂ ਹੋ ਸਕਦੀ, ਗੁਰਮਤਿ ਗਲਤ ਨਹੀਂ ਹੋ ਸਕਦੀ। ਇਸ ਕਰਕੇ ਅਸੀਂ ਬਾਰ-ਬਾਰ ਗੁਰਮਤਿ ਨੂੰ ਅੱਗੇ ਰੱਖਣਾ ਹੈ, ਗੁਰਬਾਣੀ ਨੂੰ ਅੱਗੇ ਰੱਖਣਾ ਹੈ। ਗੁਰਬਾਣੀ ਚੋਂ ਸ਼ਬਦ ਦੇਖਣੇ ਨੇ, ਗੁਰਬਾਣੀ ਚੋਂ ਉਹਨਾਂ ਦੇ ਅਰਥ ਵੇਖਣੇ ਨੇ। ਫਿਰ ਆਪਣੇ ਆਪ ਸਾਨੂੰ ਗੁਰਬਾਣੀ ਨੇ ਸਮਝਾਉਂਦੇ ਚਲੇ ਜਾਣ ਹਰ ਗੱਲ। ਕੁਦਰਤ ਦੇ ਅਰਥ ਵੀ ਆ ਜਾਣਗੇ, ਬੰਦੇ ਦਾ ਵੀ ਆ ਜਾਊਗਾ, ਪਤਾ ਲੱਗਦਾ ਆਪਾਂ ਨੂੰ। ਸਾਰਾ ਆਪਾਂ ਸਮਝ ਰਹੇ ਹਾਂ, ਜਿਵੇਂ ਜਿਵੇਂ ਗੁਰਬਾਣੀ ਚੋਂ ਸਮਝਾਂਗੇ ਫਿਰ ਕਲੀਅਰ ਹੋ ਜਾਂਦੀ ਹੈ ਗੱਲ। ਬਿਲਕੁਲ, ਬਹੁਤ ਧੰਨਵਾਦ ਭੈਣ ਜੀ, ਬਹੁਤ ਵਧੀਆ ਵਿਚਾਰ ਰੱਖਿਆ ਤੁਸੀਂ ਵੀ ਆਪਣਾ। ਹੋਰ ਬੇਨਤੀ ਹੈ ਜੀ, ਹੋਰ ਕਿਸੇ ਨੇ ਕੋਈ ਆਪਣਾ ਸੁਝਾਅ ਦੇਣਾ ਦੇ ਦਿਓ ਫਿਰ। ਜੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਦਵਿੰਦਰ ਵੀਰ ਜੀ ਆਓ ਜੀ। ਬਈ ਮਤਲਬ ਇਹੀ ਹੈ ਵੀ ਜੇ ਉਹ ਕੁਦਰਤ ਨੂੰ ਹੀ ਰੱਬ ਮੰਨਦੇ ਨੇ, ਫਿਰ ਜਦ ਦੀਵਾਨ ਲਾਉਂਦੇ ਨੇ, ਜੋ ਵੀ ਕੁਝ ਕਰਦੇ ਨੇ, ਉਦੋਂ ਬਾਅਦ ਫਿਰ ਉਹ ਅਰਦਾਸ ਕਿਹਦੇ ਅੱਗੇ ਕਰਦੇ ਨੇ? ਲਓ ਇੱਕ ਹੋਰ ਆ ਗਿਆ। ਮਤਲਬ ਮਨ ਚ ਵਿਚਾਰ ਆਇਆ ਵੀ ਉਹ ਅਰਦਾਸ ਕਿੱਥੇ ਕਰਦੇ ਨੇ ਫਿਰ? ਵਾਹ ਕਿਆ ਬਾਤ ਹੈ, ਦੈਟਸ ਗੁੱਡ, ਥੈਂਕ ਕਿਆ ਯੂ ਬਾਤ ਵੀਰ ਹੈ। ਜੀ। ਬਿਲਕੁਲ, ਦੇਖੋ ਕਿੱਡੀ ਸੋਹਣੀ ਗੱਲ ਆ ਗਈ। ਦੇਖੋ ਏਦਾਂ ਆਉਂਦੀ ਆ ਇਹ ਹੁੰਦਾ। ਇਹ ਹੁਣ ਸੱਚ ਬੋਲੇ, ਇਹ ਅੰਦਰੋਂ ਸੱਚ ਆਇਆ, ਅੰਦਰੋਂ। ਦਵਿੰਦਰ ਸਿੰਘ ਦਾ ਸੱਚ ਨਹੀਂ ਆਇਆ ਹੁਣ, ਇਹ ਪਰਮੇਸ਼ਰ ਦਾ ਸੱਚ ਹੈ। ਭਾਂਡਾ ਵਰਤ ਲਿਆ ਉਹਨੇ ਦਵਿੰਦਰ ਸਿੰਘ ਦਾ। ਮਤਲਬ ਕੱਲ ਇਹ ਵੀ ਹੈ ਵੀ ਜਦੋਂ ਤੁਸੀਂ ਇਕਾਗਰਤਾ ਨਾਲ ਗੁਰਬਾਣੀ ਨਾਲ ਜੁੜੋਗੇ, ਤੁਸੀਂ ਸੱਚ ਨੂੰ ਸਮਰਪਿਤ ਹੋਗੇ, ਤੁਹਾਡੇ ਅੰਦਰੋਂ ਹੀ ਝਰਨਾ ਚੱਲਣ ਲੱਗ ਜਾਂਦਾ ਹੈ। ਇਹਨੂੰ ਬਾਣੀ ਕਹਿੰਦੀ ਹੈ ਗਿਆਨ ਕੀ ਆਈ ਆਂਦੀ, ਏਦਾਂ ਆਂਦੀ ਆ ਹਨੇਰੀ, ਸਾਰਾ ਕੁਝ ਉੱਡ ਜਾਂਦਾ ਇੱਕੋ ਗੱਲ ਨਾਲ। ਹੁਣ ਦੱਸੋ ਇਹਦਾ ਕੀ ਜਵਾਬ ਆ? ਲਓ, ਮੇਰੀ ਅੱਧੇ ਘੰਟੇ ਦੀ ਵਿਆਖਿਆ ਵੀ ਛੋਟੀ ਹੋਣੀ ਆ, ਆਹ ਦੇਖੋ ਕਿੱਡੀ ਗੱਲ ਆ ਗਈ।
ਅਰਦਾਸ ਦਾ ਤਾਂ ਫਿਰ ਮਤਲਬ ਹੀ ਨਹੀਂ ਰਹਿ ਜਾਂਦਾ ਪਹਿਲੀ ਗੱਲ। ਫਿਰ ਕੁਦਰਤ ਅੱਗੇ ਕਰਨੀ ਚਾਹੀਦੀ ਆ। ਜਸਵੀਰ ਸਿੰਘ ਜੀ, ਇਹ ਏਦਾਂ ਫਿਰ ਵਾਹਿਗੁਰੂ ਨਿਕਲਦਾ ਮੂੰਹ ਚੋਂ, ਹਾਂ, ਇੱਥੇ ਵਾਹਿਗੁਰੂ। ਵਾਹ, ਇਹ ਵਾਕਈ ਹੈ, ਬਿਲਕੁਲ। ਇਹ ਹਾਂ, ਨਿਕਲਦਾ, ਜਦੋਂ ਕਹਿਣਾ ਨਹੀਂ ਪੈਂਦਾ, ਸਿਰ ਨਿਕਲਦਾ ਅੰਦਰੋਂ। ਹਾਂਜੀ ਨਿਕਲਦਾ, ਫਿਰ ਕਹਿਣਾ ਰਟਨ ਨਹੀਂ ਕਰਨਾ ਪੈਂਦਾ, ਜਿੱਦਾਂ ਹੁਣ ਵੀਰ ਜੀ ਹਾਂ, ਨੇ ਨਾ ਨਾ ਅਰਦਾਸ ਨਾ, ਦੀ ਗੱਲ ਲੈਂਦੀ। ਹੁਣ ਹਾਂਜੀ ਵਾਹੀ ਆਇਆ ਆਪਣੇ ਅੰਦਰੋਂ। ਉਹੀ ਆ ਨਾ ਵੀ ਅਸਲ 'ਚ ਗੱਲ ਉਹੀ ਆ ਭੈਣ ਜੀ, ਪਤਾ ਕੀ ਆ, ਪਬਲਿਕ ਨਾ ਬੋਲਦੀ ਨਹੀਂ ਹੈਗੀ। ਸਾਡੀ ਕਮੀ, ਉਹ ਕਹਿੰਦੇ ਆ ਨਾ ਵੀ, ਕਹਿੰਦੇ ਪਾਪੀ ਬੰਦੇ ਦੇ ਪਾਪ ਕਰਨ ਨਾਲ ਨਹੀਂ ਵੱਧਦਾ, ਪਾਪ ਜਾਂ ਜ਼ੁਲਮ ਸਹਿਣ ਵਾਲਿਆਂ ਦੀ ਵਜ੍ਹਾ ਕਰਕੇ ਵੱਧਦਾ, ਵੀ ਜਿਹੜੇ ਚੁੱਪ ਕਰ ਜਾਂਦੇ ਨੇ, ਬੋਲਦੇ ਨਹੀਂ। ਉਹ ਬਾਣੀ 'ਚ ਲਿਖਿਆ, ਬੋਲ ਸੁਧਰਮੀ ਅੜਿਆ ਮੋਨ ਕਤ ਧਾਰੀ ਰਾਮ। ਕਹਿੰਦੇ ਜੇ ਤੂੰ ਧਰਮੀ ਹੈ ਨਾ, ਧਰਮ ਦੇ ਮਾਰਗ ਤੇ ਤੁਰਿਆ, ਧਰਮ ਨੂੰ ਸੁਣਦਾ, ਧਰਮ ਨੂੰ ਸਮਝਦਾ, ਫਿਰ ਬੋਲ, ਫਿਰ ਮੋਨ ਨਾ ਧਾਰ, ਚੁੱਪ ਨਾ ਬੈਠ, ਫਿਰ ਤੈਨੂੰ ਬੋਲਣਾ ਹੀ ਪੈਣਾ। ਔਰ ਗੁਰੂ ਸਾਹਿਬ ਨੇ ਬਾਣੀ ਫਿਰ ਬੋਲ ਕੇ ਦੱਸਿਆ, ਬੋਲੇ ਹੀ ਉਹਨਾਂ ਨੇ, ਸੱਚ ਹੀ ਬੋਲਿਆ, ਸਾਰਾ ਸੱਚ ਸਾਡੇ ਸਾਹਮਣੇ ਆਇਆ। ਕਿੰਨਾ ਸੱਚ ਲਿਆਇਆ, ਬੋਲ ਕੇ ਹੀ ਆਇਆ। ਜੋ ਨਾ ਬੋਲਦੇ ਉਹ ਵੀ ਚੁੱਪ ਕਰ ਜਾਂਦੇ। ਜੇ ਗੁਰੂ ਸਾਹਿਬ ਨੂੰ ਦੇਖੋ ਗਿਆਨ ਹੋ ਗਿਆ ਸੀ, ਜੇ ਉਹ ਨਾ ਬੋਲਦੇ ਵੀ ਚਲੋ ਮੈਂ ਕੀ ਲੈਣਾ ਕਿਸੇ ਨੂੰ ਗਿਆਨ ਦੇ ਕੇ, ਸਾਡੇ ਕੋਲ ਅੱਜ ਕੀ ਹੁੰਦਾ, ਕੁਛ ਬਣਾਉਂਦਾ ਨਾ ਅਸੀਂ ਹੁੰਦੇ। ਉਹ ਬੋਲੇ ਨੇ, ਉਹ ਸੱਚ ਉਹਨਾਂ ਨੇ ਬਾਹਰ ਲਿਆਂਦਾ, ਪ੍ਰਗਟ ਕੀਤਾ। ਪਬਲਿਕ ਨੇ, ਬਹੁਤ ਲੋਕਾਂ ਨੇ ਸੱਚ ਮੰਨਿਆ, ਬਹੁਤ ਨੇ ਨਹੀਂ ਵੀ ਮੰਨਿਆ। ਸੱਚ ਨੂੰ ਸਾਰੇ ਤਾਂ ਮੰਨਦੇ ਵੀ ਨਹੀਂ ਹੁੰਦੇ ਕਦੇ। ਤੇ ਚਲੋ ਮੰਨਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵਧੀ, ਵੱਧਦੇ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਕਿੰਨਾ ਕੁਛ ਅੱਜ ਪਬਲਿਕ ਨੂੰ ਪਤਾ ਲੱਗਿਆ, ਕਿੰਨਾ ਗਿਆਨ ਹੋਣ ਲੱਗ ਗਿਆ, ਕਿੰਨੀ ਸੋਝੀ ਆਈ। ਗੁਰਬਾਣੀ ਨਾਲ ਦੁਨੀਆ ਜੁੜ ਰਹੀ ਹੈ, ਗੁਰਬਾਣੀ ਚੋਂ ਲੋਕੀ ਸਮਝਣ ਲੱਗ ਗਏ। ਗੁਰਬਾਣੀ ਨੂੰ ਜਿਵੇਂ ਮੰਨਣਾ ਚਾਹੀਦਾ ਉਹਨੂੰ ਉਵੇਂ ਮੰਨਣ ਲੱਗੇ ਹਾਂ ਅਸੀਂ। ਪਹਿਲਾਂ ਅਸੀਂ ਹੋਰ ਤਰੀਕੇ ਨਾਲ ਮੰਨਦੇ ਸੀ। ਬਹੁਤ ਧੰਨਵਾਦ ਦਵਿੰਦਰ ਜੀ ਦਾ, ਪਰਮਜੀਤ ਭੈਣ ਜੀ, ਪਰਮਜੀਤ ਵੀਰ ਜੀ। ਸੁਝਾਅ ਸਾਰਿਆਂ ਦੇ ਵਧੀਆ ਨੇ, ਆਪੋ ਆਪਣੀ ਜਗ੍ਹਾ ਤੇ ਆਪਾਂ ਸਾਰੇ ਸਹੀ ਗੱਲ ਕਰ ਰਹੇ ਹਾਂ। ਸਾਰੇ ਪੱਖ ਆਪਾਂ ਵਿਚਾਰ ਕੇ ਵੀ ਚੱਲਾਂਗੇ। ਤੋ ਬਾਕੀ ਅਟੈਕ ਵੀ ਹੈ ਨਹੀਂ ਕਿਸੇ ਤੇ, ਪਰਸਨਲੀ ਨਹੀਂ ਹੈ। ਹਾਂ, ਉਸ ਝੂਠ ਤੇ ਉਸ ਪਖੰਡ ਤੇ ਅਟੈਕ ਹੈ ਤੇ ਰਹੇਗਾ। ਜਿਹੜਾ ਗੁਰਮਤ ਦੇ ਜਾਣਬੁੱਝ ਕੇ ਖਿਲਾਫਤ ਕਰੂਗਾ, ਗੁਰਬਾਣੀ ਨੂੰ ਜਾਣਬੁੱਝ ਕੇ ਤੋੜਨ ਮਰੋੜਨ ਦੀ ਕੋਸ਼ਿਸ਼ ਕਰੂਗਾ, ਉਹਦਾ ਅਟੈਕ ਤਾਂ ਹੁੰਦਾ ਹੀ ਰਹਿਣਾ ਆਪਣੇ ਆਪ। ਉਹ ਕਿਤੋਂ ਵੀ ਹੋ ਜਾਏ, ਸਾਡੇ ਥਰੂ ਹੋ ਜਾਏ, ਕਿਸੇ ਹੋਰ ਦੇ ਥਰੂ ਹੋ ਜਾਏ, ਕੈਨੇਡਾ ਤੋਂ ਹੋ ਜਾਏ, ਅਮਰੀਕਾ ਤੋਂ ਹੋ ਜਾਏ, ਕਿਸੇ ਕੱਖਾਂ ਦੀ ਕੁੱਲੀ ਚੋਂ ਹੋ ਜਾਏ, ਉਹ ਕਿਤੋਂ ਵੀ, ਸੱਚ ਕਿਤੋਂ ਵੀ ਪ੍ਰਗਟ ਹੋ ਜਾਂਦਾ ਹੁੰਦਾ। ਭਾਂਡਾ ਉਹਨੇ ਆਪੇ ਕੋਈ ਨਾ ਕੋਈ ਵਰਤ ਲੈਣਾ ਹੁੰਦਾ। ਤੋ ਆਪਾਂ ਨੂੰ ਇਹ ਵੱਡੇ ਭਾਗ ਮੰਨਣੇ ਚਾਹੀਦੇ ਵੀ ਗੁਰੂ ਸਾਹਿਬ ਨੇ ਕਿਰਪਾ ਸਾਡੇ ਤੇ ਕੀਤੀ ਹੈ, ਸਾਨੂੰ ਇੰਨੀ ਸੋਝੀ ਦਿੱਤੀ ਹੈ, ਹਨਾ। ਤੇ ਬਾਕੀ ਪਹਿਲਾ ਪਾਰਟ ਤੁਸੀਂ ਜ਼ਰੂਰ ਸੁਣ ਲਿਓ, ਉਹਦੇ ਚੋਂ ਕਾਫੀ ਕੁਝ, ਮੈਂ ਨਹੀਂ ਕਹਿ ਰਿਹਾ ਵੀ ਸਾਰੀ ਵਿਆਖਿਆ ਸਹੀ ਹੋ ਸਕਦੀ ਹੈ ਜਾਂ ਮੈਂ ਸਾਰਾ ਪ੍ਰੋਪਰ ਸਹੀ ਹੋਊਗਾ। ਹਾਂ, ਜਿਹੜੇ ਚੰਗੇ ਵਿਚਾਰਯੋਗ ਪੱਖ ਨੇ ਉਹ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਗੇ, ਗੁਰਬਾਣੀ ਦੇ ਮੁਤਾਬਿਕ ਕਿੰਨੀ ਕੁ ਗੱਲ ਆਪਾਂ ਸਹੀ ਹੋਈ ਆ। ਤੇ ਪਰ ਹਾਂ, ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਹੋ ਸਕਦੀ ਹੈ ਜਿਹੜੇ ਬਿਲਕੁਲ ਇਹ ਹਲੇ ਕਹਿ ਲਈਏ ਵੀ ਸਿਰਫ ਮੱਥਾ ਟੇਕਣ ਤੱਕ ਸੀਮਿਤ ਨੇ, ਜਾਂ ਬਸ ਜੋ ਅੱਖਾਂ ਮੀਚ ਕੇ ਜੋ ਦੀਵਾਨ ਲੈਕਚਰ ਸੁਣਦੇ ਆ ਉਹਨੂੰ ਸੱਚ ਮੰਨ ਲੈਂਦੇ ਆ। ਉਹਨਾਂ ਵਾਸਤੇ ਵਾਕਈ ਉਹ ਵਧੀਆ ਗੱਲ ਹੋ ਸਕਦੀ ਹੈ। ਹਾਂਜੀ।